ਗੁਰੂ ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਆਪਣੇ ਸਾਰਿਆਂ ਦੇ ਉੱਪਰ ਅਪਾਰ ਕਿਰਪਾ ਕੀਤੀ ਹੈ, ਸਤਿਗੁਰਾਂ ਨੇ ਸਾਨੂੰ 84 ਲੱਖ ਜੂਨ ਤੋਂ ਉੱਤਮ ਮਨੁੱਖਾ ਜਨਮ ਬਖਸ਼ਿਸ਼ ਕੀਤਾ ਹੈ ਔਰ ਸਾਨੂੰ ਇਸ ਸੰਸਾਰ ਦੇ ਵਿੱਚ ਉਸ ਨਿਰੰਕਾਰ ਉਸ ਵਾਹਿਗੁਰੂ ਦੇ ਮਿਲਾਪ ਵਾਸਤੇ ਇੱਕ ਮੌਕਾ ਬਖਸ਼ਿਸ਼ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਦੁਆਰਾ ਸਾਨੂੰ ਇਹ ਖੇਲ ਰੋਜ਼ ਸਮਝਾਉਂਦੇ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਵਰ ਕਾਜ ਕਿਹੜੇ? ਜੋ ਮਨ ਇਹ ਫੁਰਨੇ ਵਿਚਾਰਾਂ ਦੇ ਅਵਰ ਕਾਜ ਕਰਦਾ ਹੈ, ਇੱਕ ਮਾਲਕ ਦੀ ਬੰਦਗੀ ਨੂੰ ਛੱਡ ਕੇ, ਨਾਮ ਸਿਮਰਨ ਨੂੰ ਛੱਡ ਕੇ ਜੋ ਵੀ ਵਿਚਾਰ ਲੈਂਦਾ ਹੈ, ਇਸ ਨੂੰ ਗੁਰਬਾਣੀ ਵਿੱਚ ਅਵਰ ਕਾਜ ਕਹਿ ਦਿੱਤਾ ਗਿਆ ਕਿ ਇਹ ਜਿਹੜੇ ਕਾਰਜ ਨੇ ਇਹ ਤੁਹਾਡੇ ਕਿਸੇ ਵੀ ਕੰਮ ਆਉਣ ਵਾਲੇ ਨਹੀਂ। ਤੇ ਮਹਾਰਾਜ ਕੀ ਸਮਝਾ ਰਹੇ ਆ? ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਿ ਤੁਸੀਂ ਐਸੇ ਗੁਰਮੁਖਾਂ ਦੀ ਸੰਗਤ ਕਰੋ,
ਐਸੇ ਸਾਧੂ ਜਨਾਂ ਦੀ ਸੰਗਤ ਕਰੋ ਕਿ ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਭੇਤ ਦਿੱਤਾ ਜਾਂਦਾ ਹੋਵੇ, ਅਕਾਲ ਪੁਰਖ ਵਾਹਿਗੁਰੂ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਦੀ ਗੱਲ ਸਮਝਾਈ ਜਾਂਦੀ ਹੋਵੇ। ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਤਾਈਓ ਤੇ ਸਮਝਾਉਂਦੇ ਆ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਐਸੇ ਵੀ ਜੀਵ ਨੇ ਜਿਹੜੇ ਬਾਣੀ ਲਗਾਤਾਰ ਪੜ੍ਹ ਰਹੇ ਨੇ, ਦਿਨ ਰਾਤ ਪੜ੍ਹ ਰਹੇ ਨੇ, ਪਰ ਗੁਰਬਾਣੀ ਦਾ ਗਿਆਨ ਨਾ ਹੋਣ ਕਰਕੇ, ਗੁਰਬਾਣੀ ਦੀ ਖੋਜ ਨਾ ਕਰਨ ਕਰਕੇ ਮਹਾਰਾਜ ਕਹਿੰਦੇ ਉਹਨਾਂ ਨੂੰ ਭੇਤ ਨਹੀਂ ਆ ਰਿਹਾ ਕਿ ਸਤਿਗੁਰੂ ਦੀ ਗੁਰਬਾਣੀ ਤਾਂ ਸਾਨੂੰ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਿਤਾ ਦੇ ਮਿਲਾਪ ਦਾ ਮਾਰਗ ਸਮਝਾਉਂਦੀ ਹੈ। ਸਤਿਗੁਰੂ ਅੱਜ ਦੇ ਪਾਵਨ ਬਚਨਾਂ ਵਿੱਚ ਵੀ ਸਮਝਾਉਂਦੇ ਆ। ਮਹਾਰਾਜ ਕਹਿੰਦੇ ਕੂੜ ਮੁੱਠੀ ਚਾਲੈ ਬਹੁ ਰਾਹੀ, ਮਨ ਮੁਖ ਦਾਜੈ ਪੜ ਪੜ ਭਾਹੀ। ਕਿ ਐਸੇ ਜੀਵ ਵੇਦਾਂ ਦਾ ਗਿਆਨ, ਸ਼ਾਸਤਰਾਂ ਦਾ ਗਿਆਨ, ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਪੜ੍ਹਦੇ ਰਹੇ, ਲੇਕਿਨ ਗੁਰੂ ਦੀ ਮੱਤ ਨਾ ਲੈਣ ਕਰਕੇ ਸਿਰਫ ਗਿਆਨ ਨੂੰ ਪੜ੍ਹਨ ਤੱਕ ਸੀਮਤ ਰਹੇ, ਗਿਆਨ ਨੂੰ ਕਮਾ ਨਹੀਂ ਸਕੇ ਸੱਚੀ ਸੰਗਤ ਵਿੱਚ ਜਾ ਕੇ। ਸਤਿਗੁਰੂ ਤਾਂ ਹੀ ਤੇ ਮਹਾਰਾਜ ਸਮਝਾਉਂਦੇ, ਮਹਾਰਾਜ ਕਹਿੰਦੇ ਜਿਹੜਾ ਉਸ ਮਾਲਕ ਦਾ ਨਾਮ ਤੁਸੀਂ ਜਪੋਗੇ, ਜਿਸ ਮਾਲਕ ਦੇ ਨਾਮ ਨੇ ਤੁਹਾਨੂੰ ਸੁਖ ਦੇਣਾ ਆ। ਗੁਰਮੰਤਰ ਜਦੋਂ ਆਪਾਂ ਜਪਦੇ ਹਾਂ, ਜਦੋਂ ਆਪਾਂ ਗੁਰਮੰਤਰ ਜਪਦੇ ਹਾਂ, ਗੁਰਮੰਤਰ ਨੂੰ ਜਪਦੇ ਜਪਦੇ ਸਾਡੇ ਅੰਦਰੋਂ ਮਹਾਰਾਜ ਕਹਿੰਦੇ ਅੰਮ੍ਰਿਤ ਰੂਪੀ ਨਾਮ ਜਿਹੜਾ ਹੈ ਉਹ ਮਾਲਕ, ਉਹ ਸਤਿਗੁਰੂ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰ ਦਿੰਦਾ ਹੈ। ਆਪਾਂ ਪੜ੍ਹਦੇ ਹਾਂ ਕਿ ਨਾਮ ਕੌਣ ਦਿੰਦਾ ਹੈ। ਜਿਵੇਂ ਆਪਾਂ ਬਾਹਰ ਕਹਿ ਦਿੰਦੇ ਜੀ ਅਸੀਂ ਨਾਮ ਲੈ ਕੇ ਆਏ, ਤੇ ਮਹਾਰਾਜ ਕਹਿੰਦੇ ਸਤਿਗੁਰੂ ਤੋਂ ਬਗੈਰ ਤੁਹਾਨੂੰ ਨਾਮ ਕੋਈ ਦੇ ਹੀ ਨਹੀਂ ਸਕਦਾ। ਕਿਉਂਕਿ ਆਪਾਂ ਪੜ੍ਹਦੇ ਹਾਂ, ਸਤਿਗੁਰੂ ਮਹਾਰਾਜ ਸਮਝਾਉਣਾ ਕਰਦੇ ਗੁਰਬਾਣੀ ਵਿੱਚ, ਸਤਿਗੁਰੂ ਸਿੱਖ ਕੋ ਨਾਮ ਧਨ ਦੇਹ, ਗੁਰ ਕਾ ਸਿੱਖ ਵਡਭਾਗੀ ਹੈ। ਜਦੋਂ ਸਤਿਗੁਰੂ ਕਿਰਪਾ ਕਰਦਾ ਆ, ਜਿਹਦੇ ਅੰਦਰ ਉਹ ਨਾਮ ਦੀ ਜੋ ਮਹਿਮਾ ਹੈ ਚੱਲਣੀ ਸ਼ੁਰੂ ਹੋ ਜਾਂਦੀ, ਜਿਸ ਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ, ਮਹਾਰਾਜ ਕਹਿੰਦੇ ਉਹ ਜਿਹੜਾ ਗੁਰੂ ਦਾ ਸਿੱਖ ਹੈ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ। ਉੱਦਾਂ ਤੇ ਵੈਸੇ ਵੱਡੇ ਭਾਗਾਂ ਦੀ ਨਿਸ਼ਾਨੀ ਇਹ ਵੀ ਇੱਕ ਦੱਸੀ ਸਤਿਗੁਰਾਂ ਨੇ ਵੀ ਜਿਹੜਾ ਸੱਚੀ ਸੰਗਤ ਵਿੱਚ ਆ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਗਿਆਨ ਲੈ ਲੈਂਦਾ ਹੈ ਨਾ, ਉਹ ਵੀ ਬਹੁਤ ਵੱਡੇ ਭਾਗਾਂ ਵਾਲਾ। ਆਪਾਂ ਪੜ੍ਹਦੇ ਵੀ ਹਾਂ, ਮਹਾਰਾਜ ਸਮਝਾਉਣਾ ਕਰਦੇ ਆ। ਮਹਾਰਾਜ ਕਹਿੰਦੇ ਆ ਕਿ ਵੱਡ ਭਾਗੀ ਹਰ ਸੰਗਤ ਪਾਵੈ। ਸੰਗਤ ਮਿਲ ਜੂਗੀ, ਪਰ ਹਰੀ ਦੀ ਸੰਗਤ ਜਿਹੜੀ ਆ, ਪ੍ਰਮਾਤਮਾ ਦੀ ਸੰਗਤ ਆ, ਉਹ ਵੱਡੇ ਭਾਗਾਂ ਨਾਲ ਮਿਲਦੀ ਆ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਤੇ ਮਹਾਰਾਜ ਜੀ ਦੇ ਜਿਹੜਾ ਭਾਗਾਂ ਤੋਂ ਜੀਵਹੀਣਾ ਹੁੰਦਾ ਹੈ ਨਾ, ਉਹ ਭਰਮ ਦੇ ਵਿੱਚ ਪੈ ਜਾਂਦਾ, ਕਿਉਂਕਿ ਉਹ ਸੰਸਾਰ ਨੂੰ ਆਪਣਾ ਸਮਝਣ ਲੱਗ ਜਾਂਦਾ, ਉਹਨੂੰ ਭਰਮ ਪੈ ਗਿਆ, ਸਰੀਰ ਆਪਣਾ ਸਮਝਣ ਲੱਗ ਜਾਂਦਾ ਕਿ ਮੈਂ ਸਰੀਰ ਹਾਂ। ਤੇ ਮਹਾਰਾਜ ਕਹਿੰਦੇ ਉਹ ਫਿਰ ਚੋਟਾਂ ਖਾਂਦਾ ਕਿੱਥੇ ਜਾ ਕੇ, ਉੱਥੇ ਜਿੱਥੇ ਜਮਾਂ ਨੇ ਚੋਟਾਂ ਮਾਰਨੀਆਂ। ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਮਹਾਰਾਜ ਕਹਿੰਦੇ ਕਰਮਾਂ ਤੋਂ ਬਗੈਰ, ਭਾਗਾਂ ਤੋਂ ਬਗੈਰ ਸੱਚੀ ਸੰਗਤ ਨਹੀਂ ਮਿਲਦੀ। ਸਤਿਗੁਰੂ ਅੱਜ ਦੇ ਪਾਵਨ ਬਚਨਾਂ ਵਿੱਚ ਵੀ ਇਹੋ ਸਮਝਾਉਂਦੇ, ਕਹਿੰਦੇ ਅੰਮ੍ਰਿਤ ਨਾਮ ਗੁਰੂ ਵੱਡ ਦਾਣਾ, ਨਾਮ ਜਪੋ ਸੁਖ ਸਾਰਾ ਹੈ। ਮਹਾਰਾਜ ਕਹਿੰਦੇ ਜਿਸ ਨਾਮ ਨੇ ਤੁਹਾਡੀ ਸਾਰ ਲੈਣੀ ਹੈ, ਜਿਸ ਨਾਮ ਨੇ ਤੁਹਾਨੂੰ ਸੁਖ ਦੇਣਾ ਹੈ, ਉਹਨੂੰ ਜਪੋ। ਹੁਣ ਇਹੀ ਗੁਰਬਾਣੀ ਆਪਾਂ ਪੜ੍ਹਦੇ ਹਾਂ ਪਰ ਜਪਦੇ ਹੈ ਨਹੀਂ। ਇਸੇ ਕਰਕੇ ਗੁਰਮੁਖ ਪਿਆਰਿਓ ਆਪਾਂ ਕਹਿੰਦੇ ਹਾਂ ਕਿ ਅਸੀਂ ਗਿਆਨ ਨੂੰ ਪੜ੍ਹੀ ਜਾ ਰਹੇ ਹਾਂ, ਗਿਆਨ ਨੂੰ ਕਮਾਉਂਦੇ ਨਹੀਂ। ਤੇ ਜੇ ਗਿਆਨ ਨੂੰ ਕਮਾਉਣਾ ਕਿੰਨੇ ਆ? ਗਿਆਨ ਨੂੰ ਪੜ੍ਹੀ ਤੇ ਆਤਮਾ ਜਾ ਰਹੀ ਆ, ਕਮਾਈ ਮਨ ਨੇ ਕਰਨੀ ਆ। ਹੁਣ ਆਤਮਾ ਆਪਣਾ ਕੰਮ ਨਿਭਾਈ ਜਾ ਰਹੀ ਆ, ਤੇ ਮਹਾਰਾਜ ਕਹਿੰਦੇ ਆ ਵੀ ਮਨ ਜਿਹੜਾ ਆ ਉਹ ਕਮਾਈ ਕਰਦਾ ਨਹੀਂ। ਤੇ ਕਮਾਈ ਕਿਵੇਂ ਹੁੰਦੀ ਆ? ਜਿਵੇਂ ਆਪਾਂ ਵੱਧ ਤੋਂ ਵੱਧ ਗੁਰਮੁਖ ਪਿਆਰੇ ਇੱਥੇ ਬੈਠ ਕੇ ਸਿਮਰਨ ਕਰਦੇ ਆ ਨਾ, ਜਿੰਨੀਆਂ ਸੁਰਤੀਆਂ ਇਕਾਗਰ ਹੋ ਕੇ ਮਿਲ ਕੇ ਸਿਮਰਨ ਕਰਨਗੀਆਂ, ਓਨੀ ਕਮਾਈ ਜ਼ਿਆਦਾ ਵੱਧ ਜਾਂਦੀ ਜਿੱਥੇ ਗੁਰਮੰਤਰ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੋਵੇ। ਮਹਾਰਾਜ ਗੁਰਬਾਣੀ ਸਮਝਾਉਣਾ ਕਰਦੇ, ਸਭ ਸੁਰਤੀ ਮਿਲ ਸੁਰਤ ਕਮਾਈ। ਜਦੋਂ ਸਾਰੀਆਂ ਸੁਰਤੀਆਂ ਮਿਲ ਕੇ ਉਸ ਅਕਾਲ ਪੁਰਖ ਨੂੰ ਆਵਾਜ਼ ਮਾਰਦੀਆਂ, ਵਾਹਿਗੁਰੂ ਗੁਰਮੰਤਰ ਨੂੰ ਧਿਆਉਂਦੀਆਂ ਨੇ,
ਜਿੰਨੀਆਂ ਜ਼ਿਆਦਾ ਸੁਰਤਾਂ ਹੋਣਗੀਆਂ, ਜਿੰਨੇ ਜ਼ਿਆਦਾ ਸਰੀਰ ਜੁੜੇ ਹੋਣਗੇ ਗੁਰਮੰਤਰ ਜਪਦੇ, ਮਹਾਰਾਜ ਕਹਿੰਦੇ ਓਨੀ ਕਮਾਈ ਜ਼ਿਆਦਾ ਵਧਣੀ ਸ਼ੁਰੂ ਹੋ ਜਾਂਦੀ ਆ। ਹੁਣ ਕਮਾਈ ਕਿਵੇਂ ਵੱਧਦੀ ਓਨੀ? ਉਹ ਮਹਾਰਾਜ ਗਿਆਨ ਦਿੰਦੇ ਗੁਰਬਾਣੀ ਵਿੱਚ ਵੀ ਜੇ ਇੱਕ ਜਾਣਾ ਘਰ ਦੇ ਵਿੱਚ ਕਮਾਉਂਦਾ ਆ, 5 ਜੀ ਖਾਂਦੇ ਆ, ਉਹ ਕਮਾਈ ਛੇਤੀ ਖਤਮ ਹੋ ਜਾਂਦੀ ਆ। ਜੇ 5 ਜਾਣੇ ਹੀ ਕਮਾਉਂਦੇ ਆ ਤੇ ਮਹਾਰਾਜ ਕਹਿੰਦੇ ਉਹਦੀ ਸੇਵਿੰਗ ਬਹੁਤ ਜ਼ਿਆਦਾ ਹੁੰਦੀ। ਇੱਕ ਜਾਣੇ ਦੀ ਕਮਾਈ ਭਾਵੇਂ ਖਰਚ ਹੋ ਜੂਗੀ, 4 ਜਣਿਆਂ ਦੀ ਸੇਵਿੰਗ ਹੋਈ ਜਾਊਗੀ, ਕਿਉਂਕਿ ਕਮਾਈ ਵੱਧ ਗਈ। ਇਸੇ ਤਰੀਕੇ ਨਾਲ ਜਿੰਨੇ ਆਪਾਂ ਵੱਧ ਤੋਂ ਵੱਧ ਗੁਰਮੁਖ ਇੱਥੇ ਇਕੱਠੇ ਹੁੰਨੇ ਆ, ਸੱਚੀ ਸੰਗਤ ਵਿੱਚ ਜਦੋਂ ਆਉਨੇ ਬਹਿਨੇ ਆ ਗੁਰੂ ਘਰ, ਜਦੋਂ ਵਾਹਿਗੁਰੂ ਗੁਰਮੰਤਰ ਨੂੰ ਸੁਰਤੀਆਂ ਇਕਾਗਰ ਕਰਕੇ ਆਪਣੇ ਵਿਚਾਰਾਂ ਨੂੰ, ਫੁਰਨਿਆਂ ਨੂੰ ਰੋਕ ਕੇ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਆ, ਸਤਿਗੁਰ ਕਹਿੰਦੇ ਉਹ ਕਮਾਈ ਵੱਧ ਜਾਂਦੀ ਆ। ਇੱਥੇ ਵੀ ਮਹਾਰਾਜ ਕਹਿੰਦੇ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਆਪਾਂ ਜਪਣਾ। ਅੰਮ੍ਰਿਤ ਨਾਮ ਗੁਰੂ ਵੱਡ ਦਾਣਾ, ਨਾਮ ਜਪੋ ਸੁਖ ਸਾਰਾ ਹੈ। ਮਹਾਰਾਜ ਕਹਿੰਦੇ ਜਿਸ ਨਾਮ ਨੇ ਤੁਹਾਡੀ ਸਾਰ ਲੈਣੀ ਆ, ਕਿੱਥੇ ਸਾਰ ਲੈਣੀ ਆ? ਜਿੱਥੇ ਸੰਸਾਰ ਦਾ ਕੋਈ ਵੀ ਜੀਵ ਪਹੁੰਚ ਨਹੀਂ ਸਕਦਾ, ਜਿੱਥੇ ਕੇਵਲ ਨਾਮ ਚੱਲ ਰਿਹਾ, ਜਿੱਥੇ ਸਰੀਰ ਜਾ ਹੀ ਨਹੀਂ ਸਕਦਾ। ਉਹ ਕਿਸ ਜਗ੍ਹਾ ਦੀ ਗੱਲ ਕੀਤੀ? ਉਹ ਜਦੋਂ ਮਰਨ ਤੋਂ ਬਾਅਦ ਮਨ ਇਹ ਸਰੀਰ ਦੇ ਵਿੱਚੋਂ ਨਿਕਲ ਕੇ ਜਾਂਦਾ, ਉੱਥੇ ਕੋਈ ਨਹੀਂ ਨਾ ਹੁੰਦਾ। ਆਪਾਂ ਉਸ ਦਿਨ ਵੀ ਸਤਿਗੁਰਾਂ ਦੀ ਵਿਚਾਰ ਮਹਾਰਾਜ ਸਮਝਾਉਣਾ ਕਰਦੇ ਨਾ ਗੁਰਬਾਣੀ ਵਿੱਚ, ਜਹਾਂ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ, ਉਹਾਂ ਨਾਮ ਤੇਰੇ ਸੰਗ ਸਹਾਈ। ਮਹਾਰਾਜ ਕਹਿੰਦੇ ਨਾਮ ਨੇ ਤੁਹਾਡੀ ਉੱਥੇ ਸਾਰ ਲੈਣੀ ਆ। ਉੱਥੇ ਕੋਈ ਮਾਤਾ ਪਿਤਾ ਭੈਣ ਭਰਾ ਜਾਂ ਸਰੀਰ ਦਾ ਕੋਈ ਜੀਵ ਜੋ ਵੀ ਸਾਡਾ ਸੰਗੀ ਸਾਥੀ ਉੱਥੇ ਜਾ ਨਹੀਂ ਸਕਦਾ। ਤਾਂ ਹੀ ਮਹਾਰਾਜ ਕਹਿੰਦੇ ਆ ਅੰਮ੍ਰਿਤ ਨਾਮ ਗੁਰੂ ਵੱਡ ਦਾਣਾ, ਨਾਮ ਜਪੋ ਸੁਖ ਸਾਰਾ ਹੈ। ਹੁਣ ਇਹ ਨਾਮ ਕਦੋਂ ਜਪਿਆ ਜਾਂਦਾ ਆ? ਉਹ ਸੱਚ ਪਰਮਾਤਮਾ ਕਦੋਂ ਦ੍ਰਿੜ ਹੁੰਦਾ ਆ? ਮਹਾਰਾਜ ਕਹਿੰਦੇ ਜਦੋਂ ਅਕਾਲ ਪੁਰਖ ਸਤਿਗੁਰੂ ਤਰੁੱਠਦਾ ਜਿਸ ਜੀਵ ਦੇ ਉੱਪਰ, ਤਰੁੱਠ ਦਾ ਭਾਵ ਜਿਹਦੇ ਉੱਪਰ ਖੁਸ਼ ਹੁੰਦਾ ਆ, ਉਹ ਜੀਵ ਹੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸੱਚ ਕਹਿੰਦੇ ਪਰਮਾਤਮਾ ਨੂੰ, ਕਹਿੰਦੇ ਉਹ ਜੀਵ ਹੀ ਸੱਚ ਨੂੰ ਦ੍ਰਿੜ ਕਰ ਸਕਦਾ ਆ, ਭਾਵ ਕਿ ਰੋਜ਼ ਹੀ ਉਸ ਨੂੰ ਜਪ ਸਕਦਾ ਆ, ਉਹਦੀ ਆਰਾਧਨਾ ਕਰ ਸਕਦਾ ਆ, ਜਿਹਦੇ ਉੱਪਰ ਸਤਿਗੁਰੂ ਆਪ ਤੁੱਠਦਾ ਆ, ਜਿਹਦੇ ਉੱਪਰ ਅਕਾਲ ਪੁਰਖ ਆਪ ਦਿਆਲ ਹੁੰਦਾ। ਤਾਂ ਹੀ ਮਹਾਰਾਜ ਕਹਿੰਦੇ ਸਤਿਗੁਰੂ ਤੁੱਠਾ ਸੱਚ ਦ੍ਰਿੜਾਏ। ਦ੍ਰਿੜ ਕਰ ਲੈਣਾ। ਦ੍ਰਿੜ ਕਰਨ ਦਾ ਮਤਲਬ ਵੀ ਇੰਨਾ ਰਟਿਆ ਜਾਣਾ ਸਾਡੇ ਅੰਦਰ ਕਿ ਸੰਸਾਰ ਦਾ, ਦੁਨੀਆ ਦਾ ਕੰਮ ਕਰਦੇ ਹੋਏ, ਕਿਤੇ ਵੀ ਤੁਰੇ ਫਿਰਦੇ ਹੋਏ, ਬਸ ਸਵਾਸ ਸਵਾਸ ਮਾਲਕ ਦਾ ਸਿਮਰਨ ਚੱਲੀ ਜਾਵੇ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਉਹ ਅੰਦਰ ਚੱਲੀ ਜਾਵੇ। ਜੇ ਨਹੀਂ ਵੀ ਬੋਲ ਰਹੇ, ਇੰਨਾ ਦ੍ਰਿੜ ਹੋ ਜੇ ਕਿ ਅੰਦਰ ਚੱਲੀ ਜਾਵੇ। ਮਹਾਰਾਜ ਕਹਿੰਦੇ ਉਹ ਜੀਵ ਦੀ ਅਵਸਥਾ ਬਣਦੀ ਆ, ਉਹੀ ਸੱਚੀ ਸੰਗਤ ਵਿੱਚ ਆ ਕੇ ਇੰਨਾ ਸਿਮਰਨ ਕਰਦਾ ਆ, ਸੱਚ ਨੂੰ ਦ੍ਰਿੜ ਕਰਦਾ ਆ, ਜਿਹਦੇ ਤੇ ਸਤਿਗੁਰੂ ਤਰੁੱਠ ਜਾਂਦਾ ਆ। ਸਤਿਗੁਰੂ ਤੁੱਠਾ ਸੱਚ ਦ੍ਰਿੜਾਏ। ਹੁਣ ਮਹਾਰਾਜ ਕਹਿੰਦੇ ਜਦੋਂ ਸਤਿਗੁਰੂ ਤਰੁੱਠ ਕੇ ਖੁਸ਼ ਹੋ ਕੇ ਜਿਸ ਜੀਵ ਨੂੰ ਸੱਚ ਦ੍ਰਿੜ ਕਰਵਾ ਦਿੰਦਾ ਨਾ, ਉਸ ਜੀਵ ਦੇ ਜਿਹੜੇ ਸਾਰੇ ਦੁੱਖ ਆ ਉਹ ਮਿਟ ਜਾਂਦੇ ਆ। ਹੁਣ ਬਹੁਤੇ ਜੀਵ ਸੰਸਾਰ ਵਿੱਚ ਦੁੱਖ ਸਰੀਰ ਦੇ ਨੂੰ ਲੈ ਕੇ ਗੁਰਬਾਣੀ ਪੜ੍ਹੀ ਜਾਂਦੇ ਵੀ ਆਹ ਪਾਠ ਕਰ ਲਈਏ ਤੇ ਮੇਰੇ ਸਰੀਰ ਦਾ ਆਹ ਦੁੱਖ ਦੂਰ ਹੋ ਜਾਊਗਾ, ਆਹ ਗੁਰਬਾਣੀ ਪੜ੍ਹ ਲਈਏ ਤੇ ਆਹ ਵਾਲੀ ਬਿਮਾਰੀ ਚਲੀ ਜਾਊਗੀ। ਮਹਾਰਾਜ ਕਹਿੰਦੇ ਕੋਈ ਸ਼ੱਕ ਨਹੀਂ ਕਿ ਸਤਿਗੁਰੂ ਕਿਰਪਾ ਕਰਦਾ ਵਾ, ਸਰੀਰ ਦੀਆਂ ਬਿਮਾਰੀਆਂ ਬੇਅੰਤ ਠੀਕ ਹੁੰਦੀਆਂ ਨੇ, ਪਰ ਤੁਸੀਂ ਦੇਖੋ ਕਿ ਇਸ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮੰਗਿਆ ਕੀ ਆ ਕੇ? ਸਰੀਰ ਦੀ ਤੰਦਰੁਸਤੀ। ਤੇ ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਆ ਉਹ ਮੰਗਦਾ ਕਿ ਇਹ ਅਕਾਲ ਪੁਰਖ ਵਾਹਿਗੁਰੂ, ਮੈਂ ਸਰੀਰ ਤੋਂ ਕੀ ਲੈਣਾ? ਠੀਕ ਹੈ, ਸਰੀਰ ਦੀ ਤੰਦਰੁਸਤੀ ਜ਼ਰੂਰੀ, ਕਿਉਂਕਿ ਜਿੰਨਾ ਚਿਰ ਸਰੀਰ ਤੰਦਰੁਸਤ ਨਹੀਂ, ਮਨ ਇਹਦੇ ਅੰਦਰ ਬੈਠ ਕੇ ਬੰਦਗੀ ਨਹੀਂ ਕਰ ਸਕਦਾ, ਅਕਾਲ ਪੁਰਖ ਨੂੰ ਧਿਆਨ ਨਹੀਂ ਸਕਦਾ। ਪਰ ਜੇ ਆਪਾਂ ਹਰ ਟਾਈਮ ਗੁਰਬਾਣੀ ਪੜ੍ਹਦੇ ਕੇਵਲ ਤੇ ਕੇਵਲ ਸਰੀਰ ਦਾ ਹੀ ਤੰਦਰੁਸਤੀ ਮੰਗੀ ਜਾਂਦੇ ਹਾਂ, ਸਿਮਰਨ ਕਰਦੇ ਹਾਂ, ਸੱਚੀ ਸੰਗਤ ਵਿੱਚ ਜਾਂਦੇ ਹਾਂ, ਕਿਸੇ ਗੁਰਮੁਖ ਦਾ ਸੰਗ ਕਰਦੇ ਤੇ ਉਹਨੂੰ ਵੀ ਕਹਿੰਦੇ ਵੀ ਸਾਡੇ ਤੇ ਕਿਰਪਾ ਕਰੋ ਜੀ, ਸਾਡੇ ਸਰੀਰ ਦਾ ਰੋਗ ਦੂਰ ਕਰੋ। ਤੇ ਮਹਾਰਾਜ ਕਹਿੰਦੇ ਤੁਸੀਂ ਕੀ ਮੰਗਣਾ ਸੀ ਜਾ ਕੇ? ਅਕਾਲ ਪੁਰਖੋ ਤੁਸੀਂ ਕੀ ਮੰਗਣਾ ਸੀ ਕਿ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਐ, ਉਤਰੇ ਮਨ ਕੀ ਭੁੱਖ।
ਸਰੀਰ ਦੀ ਤੰਦਰੁਸਤੀ ਮੰਗ ਲੋਗੇ ਤੇ ਮਨ ਨੇ ਹੋਰ ਭੁੱਖ ਲੱਗ ਜਾਣੀ ਆ ਕਿ ਹੁਣ ਪੈਸਾ ਵੀ ਮੰਗ ਲਈਏ ਇਹਨਾਂ ਕੋਲੋਂ, ਸਤਿਗੁਰੂ ਕੋਲੋਂ, ਗੁਰੂ ਕੋਲੋਂ, ਉਸ ਤੋਂ ਬਾਅਦ ਧੀ ਪੁੱਤ ਵੀ ਮੰਗ ਲਈਏ। ਇਸ ਕਰਕੇ ਮਹਾਰਾਜ ਕਹਿੰਦੇ ਮਨ ਦੀ ਜੇ ਭੁੱਖ ਮਿਟਾਉਣੀ ਆ ਨਾ, ਤੇ ਤੁਸੀਂ ਉਸ ਪਰਮਾਤਮਾ ਵਾਹਿਗੁਰੂ ਕੋਲੋਂ ਉਹਦਾ ਨਾਮ ਮੰਗੋ। ਐਸੀ ਦਵਾਈ ਮੰਗੋ ਜਿਨਨੇ ਸਾਰੀਆਂ ਬਿਮਾਰੀਆਂ ਦੂਰ ਕਰਨੀਆਂ। ਜੇ ਤੁਸੀਂ ਇੱਕ ਹੁੰਦੀ ਆ ਇੱਕ ਬਿਮਾਰੀ ਵਾਸਤੇ ਇਕੱਲੀ ਦਵਾਈ, ਇੱਕ ਹੁੰਦੀ ਐਂਟੀਬਾਇਓਟਿਕ ਜਿਹਨੂੰ ਕਹਿੰਦੇ ਆ ਵੀ ਇੱਕ ਗੋਲੀ ਖਾ ਲਈ ਤੇ ਹੋਰ ਵੀ ਸਾਰੀਆਂ ਬਿਮਾਰੀਆਂ ਇਕੱਠੀਆਂ ਦੂਰ ਹੋ ਜਾਣੀਆਂ। ਮਹਾਰਾਜ ਕਹਿੰਦੇ ਜਦੋਂ ਅਕਾਲ ਪੁਰਖ ਕੋਲੋਂ ਨਾਮ ਮੰਗੋਗੇ ਨਾ, ਉਸ ਨਾਮ ਨੇ ਤੁਹਾਡਾ ਜੀਵਨ ਵੀ ਸਫਲ ਕਰਨਾ ਆ, ਤੇ ਜਿਹੜੀਆਂ ਬਿਮਾਰੀਆਂ ਜਾਂ ਸੰਸਾਰ ਦੇ ਕਰਮ ਆ ਉਹ ਤਾਂ ਅੱਗੇ ਪਿੱਛੇ ਅਕਾਲ ਪੁਰਖ ਨੇ ਕਾਲ ਦੇ ਸਪੁਰਦ ਕੀਤਾ ਹੋਇਆ ਨਾ, ਉਸ ਨੇ ਆਪ ਹੀ ਸਾਰਾ ਕੁਝ ਠੀਕ ਕਰੀ ਜਾਣਾ। ਤਾਂ ਹੀ ਮਹਾਰਾਜ ਕਹਿੰਦੇ ਆ ਸਤਿਗੁਰ ਤੁਠਾ ਸੱਚ ਦ੍ਰਿੜਾਏ, ਸਭ ਦੁੱਖ ਮੇਟੇ ਮਾਰਗ ਪਾਏ। ਹੁਣ ਮਾਰਗ ਦਾ ਤੇ ਉਹਨੂੰ ਪਤਾ ਲੱਗੂਗਾ ਜਿਹੜਾ ਆਪਣੀ ਗੁਰਬਾਣੀ ਪੜ੍ਹਨ ਦੇ ਬਦਲੇ, ਸਿਮਰਨ ਕਰਨ ਦੇ ਬਦਲੇ ਅਕਾਲ ਪੁਰਖ ਕੋਲੋਂ ਉਹ ਮਾਰਗ ਪੁੱਛੂਗਾ ਵੀ ਐ ਵਾਹਿਗੁਰੂ ਤੈਨੂੰ ਮਿਲਣ ਦਾ ਮਾਰਗ ਕੀ ਆ, ਤੂੰ ਕਿੱਥੇ ਬੈਠਾ, ਤੇਰੀ ਆਵਾਜ਼ ਕੀ ਆ, ਅਸੀਂ ਤੈਨੂੰ ਮਿਲਣਾ ਚਾਹੁੰਦੇ, ਸਾਹੀ ਮੂਰਖ ਆ। ਮੈਂ ਮੂਰਖ ਕੀ ਕੇਤਕ ਬਾਤ ਨਹੀਂ, ਕੋਟ ਬਰਾਦੀ ਤਰਿਆ ਏ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗੁਰਪਾਸ ਨਾ ਭਰਿਆ ਰੇ। ਮੰਗਣਾ ਤੇ ਮਾਲਕ ਕੋਲੋਂ ਮਾਰਗ ਸੀ, ਤੇ ਮੰਗ ਕੀ ਲਿਆ? ਤੰਦਰੁਸਤੀ। ਮੰਗ ਕੀ ਲਿਆ? ਸੰਸਾਰ ਦੀ ਧਨ ਦੌਲਤ। ਤੇ ਮਹਾਰਾਜ ਕਹਿੰਦੇ ਫਿਰ ਮਾਰਗ ਦਾ ਜੇ ਪਤਾ ਹੀ ਨਹੀਂ ਲੱਗਾ, ਤੰਦਰੁਸਤ ਰਿਹਾ ਸਰੀਰ, ਅੰਤ ਵੇਲੇ ਇੱਕ ਦਿਨ ਤਾਂ ਸਰੀਰ ਨੂੰ ਛੱਡਣਾ ਹੀ ਆ ਨਾ, ਕਿਉਂਕਿ ਜੋ ਆਇਆ ਸੋ ਚੱਲ ਸੀ। ਹੁਣ ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜੇ ਮਹਾਰਾਜੇ ਜਿਹੜੇ ਆ, ਉਹਨਾਂ ਨੇ ਵੈਦ ਹਕੀਮ ਆਪਣੇ ਹੀ ਰੱਖੇ ਹੁੰਦੇ ਆ। ਪੁਰਾਣੇ ਸਮਿਆਂ ਵਿੱਚ ਜਿਵੇਂ ਹੁਣ ਵੀ ਵੱਡੇ ਵੱਡੇ ਲੋਕਾਂ ਨੇ ਆਪਣੇ ਡਾਕਟਰ ਰੱਖੇ ਹੁੰਦੇ ਘਰਾਂ ਵਿੱਚ, ਸਪੈਸ਼ਲ ਬਹੁਤ ਅਮੀਰ ਲੋਕਾਂ ਨੇ। ਪੁਰਾਣੇ ਸਮਿਆਂ ਵਿੱਚ ਜਿਵੇਂ ਰਾਜਿਆਂ ਨੇ ਆਪਣੇ ਘਰਾਂ ਦੇ ਵਿੱਚ ਵੈਦ ਰੱਖੇ ਹੁੰਦੇ ਸੀ, ਹਰ ਟਾਈਮ ਉਹਨਾਂ ਦੀ ਦੇਖਭਾਲ ਕਰਦੇ ਸੀ। ਕੀ ਉਹ ਦੁਨੀਆ ਤੋਂ ਗਏ ਨਹੀਂ ਕਦੀ ਰਾਜੇ? ਤਾਂ ਹੀ ਤੇ ਮਹਾਰਾਜ ਕਹਿੰਦੇ ਗਰੀਬ ਵੀ ਜਾਂਦਾ ਦੁਨੀਆ ਤੋਂ, ਜਿਹਦੇ ਕੋਲ ਡਾਕਟਰ ਵੀ ਨਹੀਂ ਹੁੰਦਾ, ਵੈਦ ਵੀ ਨਹੀਂ ਹੁੰਦਾ। ਅਮੀਰ ਵੀ ਜਾਂਦਾ। ਰਾਣਾ ਰਾਉ ਨਾ ਰਹੇ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਥੀਰ। ਮਹਾਰਾਜ ਕਹਿੰਦੇ ਫਿਰ ਐਸੀ ਚੀਜ਼ ਮੰਗੋ ਜਿਸ ਚੀਜ਼ ਨੇ ਅੱਗੇ ਜਾ ਕੇ ਵੀ ਤੁਹਾਡਾ ਦੁੱਖ ਦੂਰ ਕਰਨਾ। ਕਿਹੜਾ ਦੁੱਖ? ਜਿਹੜਾ ਜੰਮਣ ਤੇ ਮਰਨ ਦਾ ਸਾਰੇ ਸੰਸਾਰ ਨੂੰ ਸਭ ਤੋਂ ਵੱਡਾ ਦੁੱਖ ਇਹ ਲੱਗਾ ਹੋਇਆ। ਅਸੀਂ ਸਰੀਰ ਦੀ ਬਿਮਾਰੀ ਠੀਕ ਨਹੀਂ ਹੁੰਦੀ, ਇਹਨੂੰ ਬਹੁਤ ਵੱਡਾ ਦੁੱਖ ਸਮਝ ਬੈਨੇ। ਇਹ ਦੁੱਖ ਤਾਂ ਕੁਛ ਪਲ ਵਿੱਚ ਸ਼ਾਇਦ ਠੀਕ ਹੋ ਸਕਦਾ, 6 ਮਹੀਨੇ 4 ਮਹੀਨੇ ਜਾਂ ਸਾਲ ਵਿੱਚ। ਜੇ ਕਿਤੇ ਮਨ ਇੱਕ ਵਾਰੀ ਜੰਮਣ ਮਰਨ ਦੇ ਦੁੱਖ ਵਿੱਚ ਪੈ ਗਿਆ, ਇਹਦਾ ਕਿੰਨਾ ਲੰਮਾ ਗੇੜਾ ਆ ਮਹਾਰਾਜ ਕਹਿੰਦੇ ਕੋਈ ਸਮਝ ਨਹੀਂ ਸਕਦਾ। ਸਭ ਤੋਂ ਵੱਡਾ ਦੁੱਖ ਜੰਮਣ ਤੇ ਮਰਨ ਦਾ, ਉਹ ਸਾਨੂੰ ਸਮਝ ਹੀ ਨਹੀਂ ਲੱਗ ਰਹੀ। ਤਾਂ ਹੀ ਤੇ ਮਹਾਰਾਜ ਕਹਿੰਦੇ ਸੰਸਾਰ ਰੋਗੀ, ਕਹਿੰਦੇ ਸਾਰਾ ਸੰਸਾਰ ਰੋਗੀ ਹੋਇਆ ਫਿਰਦਾ, ਇਹ ਦੁੱਖ ਲਵਾਈ ਫਿਰਦਾ ਜੰਮਣ ਤੇ ਮਰਨ ਦਾ। ਸੰਸਾਰ ਰੋਗੀ ਨਾਮ ਦਾਰੂ। ਜੋ ਅਸੀਂ ਗੁਰਮੰਤਰ ਜਪਦੇ ਹਾਂ, ਜੋ ਨਾਮ ਨੂੰ ਦ੍ਰਿੜ ਕਰਦੇ ਹਾਂ, ਉਹ ਦਵਾਈ ਆ ਸਾਡੀ ਇਹ ਬਿਮਾਰੀ ਜੰਮਣ ਤੇ ਮਰਨ ਦੀ ਠੀਕ ਕਰਨ ਵਾਸਤੇ। ਪਰ ਅਸੀਂ ਕੀ ਕੀਤਾ? ਸਵਾਸਾਂ ਦਾ ਧਨ ਜਿਹੜਾ ਇਕੱਠਾ ਕੀਤਾ ਸਿਮਰਨ ਕਰਕੇ, ਗੁਰਬਾਣੀ ਪੜ੍ਹ ਕੇ, ਉਹਦੇ ਬਦਲੇ ਸਰੀਰ ਦਾ ਦੁੱਖ ਦੀ ਤੰਦਰੁਸਤੀ ਮੰਗ ਲਈ ਕਿ ਅਸੀਂ ਤੰਦਰੁਸਤ ਹੋ ਜਾਈਏ। ਤੇ ਮਹਾਰਾਜ ਤੇ ਗੁਰਬਾਣੀ 'ਚ ਸਾਨੂੰ ਕਹਿੰਦੇ ਦੁੱਖ ਸੁੱਖ ਦੋਏ ਦਰ ਕੱਪਰੇ, ਪਹਿਰੇ ਜਾਏ ਮਨੁੱਖ। ਜਿਹੜਾ ਮਨੁੱਖ ਦੁਨੀਆ 'ਚ ਆਇਆ ਉਹਦੇ ਸਰੀਰ ਨੂੰ ਰੋਗ ਵੀ ਲੱਗੂਗਾ, ਉਹ ਸੁਖੀ ਵੀ ਵਸੂ ਆਪਣੇ ਪਰਿਵਾਰ ਵਿੱਚ। ਫਿਰ ਕਦੀ ਰੋਗ ਲੱਗ ਗਿਆ, ਦੁਖੀ ਹੋ ਜਾਊਗਾ, ਫਿਰ ਕਦੀ ਖੁਸ਼ੀ ਆਪਣੇ ਪਰਿਵਾਰ 'ਚ ਵਸੂਗਾ। ਇੱਕ ਕੱਪੜੇ ਦੀ ਤਰ੍ਹਾਂ ਆ। ਲੇਕਿਨ ਗੁਰਬਾਣੀ ਪੜ੍ਹਦਿਆਂ ਵੀ ਸਾਨੂੰ ਨਾ ਸਮਝਾਉਣ ਕਰਕੇ ਅਸੀਂ ਫਿਰ ਵੀ ਆਪਣੀ ਗੁਰਬਾਣੀ ਦੀ ਕਮਾਈ, ਸਿਮਰਨ ਦੀ ਕਮਾਈ ਆਪਣੇ ਤਨ ਵਾਸਤੇ ਹੀ ਮੰਗੀ ਜਾਂਦੇ ਹਾਂ। ਸਤਿਗੁਰੂ ਗੁਰਬਾਣੀ 'ਚ ਤਾਈਓ ਸਮਝਾਉਂਦੇ ਆ। ਮਹਾਰਾਜ ਕਹਿੰਦੇ ਸਤਿਗੁਰੂ ਤੁਠਾ ਸੱਚ ਦ੍ਰਿੜਾਏ, ਸਭ ਦੁੱਖ ਮੇਟੇ ਮਾਰਗ ਪਾਏ। ਤੇ ਮਹਾਰਾਜ ਕੀ ਕਹਿੰਦੇ? ਕੰਡਾ ਪਾਏ ਨਾ ਲੱਗਈ ਮੂਲੇ, ਜਿਸ ਸਤਿਗੁਰੂ ਰਾਖਣ ਹਾਰ ਆਏ। ਹੁਣ ਕੰਡਾ ਕਿਹੜਾ ਆ? ਜਿਹੜਾ ਹਉਮੈ ਹੰਕਾਰ ਦਾ ਸਾਡੇ ਅੰਦਰ ਕੰਡਾ ਚੱਲਦਾ ਆ। ਮਹਾਰਾਜ ਗੁਰਬਾਣੀ ਸਮਝਾਉਂਦੇ ਆ ਨਾ ਕਿ ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ,
ਕਿਹੜਾ ਹਉਮੈ ਦਾ ਕੰਡਾ ਜਿਹੜਾ ਸਾਡੇ ਅੰਦਰ ਚੱਲਦਾ ਆ। ਹੁਣ ਮਹਾਰਾਜ ਕਹਿੰਦੇ ਆ ਕਿ ਕੰਡਾ ਪਾਏ ਨਾ ਲੱਗਈ, ਕਹਿੰਦੇ ਤੁਹਾਡੇ ਪੈਰ 'ਚ ਕੰਡਾ ਕਦੀ ਨਹੀਂ ਵੱਜੂਗਾ। ਤੁਹਾਨੂੰ ਇਹੋ ਜਿਹਾ ਮਾਰਗ ਰਸਤਾ ਮਿਲ ਜਾਏਗਾ ਜਿੱਥੇ ਤੁਹਾਡਾ ਮਨ ਖੁਸ਼ੀ ਖੁਸ਼ੀ ਅਕਾਲ ਪੁਰਖ ਦੇ ਉਸ ਮਾਰਗ ਤੇ ਚੱਲਣਾ ਸ਼ੁਰੂ ਹੋ ਜਾਏਗਾ ਤੇ ਸੰਸਾਰ ਵਿੱਚ ਵੀ ਸੁੱਖ ਹੀ ਭੋਗੂਗਾ। ਤਾਂ ਹੀ ਮਹਾਰਾਜ ਕਹਿੰਦੇ ਕੰਡਾ ਪਾਏ ਨਾ ਗੱਡਈ ਮੂਲੇ ਜਿਸ ਸਤਿਗੁਰੂ ਰੱਖਣ ਹਾਰਾ ਹੈ। ਹੁਣ ਸਤਿਗੁਰੂ ਰੱਖਣ ਹਾਰਾ ਤੇ ਉਹਦਾ ਹੀ ਬਣੂਗਾ ਜਿਨਨੇ ਸਤਿਗੁਰੂ ਨੂੰ ਮੰਗਿਆ ਤੇ ਜਿਨਨੇ ਸਤਿਗੁਰੂ ਕੋਲੋਂ ਜਾ ਕੇ ਦੁਨੀਆ ਦੀ ਚੀਜ਼ ਮੰਗ ਲਈ। ਤੇ ਮਹਾਰਾਜ ਕਹਿੰਦੇ ਫਿਰ ਜਿਦ ਕੋ ਮੰਗੀ ਆ। ਹੁਣ ਇੱਕ ਗੱਲ ਯਾਦ ਰੱਖਣਾ ਗੁਰਮੁਖ ਪਿਆਰਿਓ, ਸਤਿਗੁਰੂ ਗੁਰਬਾਣੀ 'ਚ ਕਹਿੰਦੇ ਆ, ਕਹਿੰਦੇ ਜੋ ਵੀ ਦੁਨੀਆ ਦੀਆਂ ਚੀਜ਼ਾਂ ਜਿੰਨੀਆਂ ਵੀ ਸੰਸਾਰ ਦੀਆਂ ਮੰਗਦੇ ਹੋ, ਧੀ ਪੁੱਤ ਪੈਸਾ ਜ਼ਮੀਨ ਜਾਇਦਾਦ ਤਰੱਕੀ, ਕੁਛ ਵੀ ਚੀਜ਼ ਮੰਗਦੇ ਹੋ, ਕੁਛ ਵੀ ਚੀਜ਼ ਇੱਕ ਨਾਮ ਨੂੰ ਛੱਡ ਕੇ, ਉਹ ਪਤਾ ਕਿਹਦੇ ਕੋਲ ਆ? ਮੰਗਦੇ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੱਗੇ ਜਾ ਕੇ ਆ, ਪਰ ਉਸ ਨਿਰੰਕਾਰ ਪਿਤਾ ਨੇ ਇੱਕ ਕਾਲ ਆ ਜਿਹੜਾ ਉਹਦਾ ਨੌਕਰ ਆ ਆਪਣਾ, ਉਹ ਸਾਰਾ ਕੁਝ ਦੁਨੀਆ ਦੀਆਂ ਚੀਜ਼ਾਂ ਉਹਦੇ ਸਪੁਰਦ ਕੀਤੀਆਂ ਹੋਈਆਂ, ਜਿਹਨੂੰ ਮਹਾਰਾਜ ਕਹਿੰਦੇ ਆ ਖੰਡ ਪਤਾਲ ਦੀਪ ਸਭ ਲੋਆ ਸਭ ਕਾਲੇ ਵਸ ਆਪ ਪ੍ਰਭ ਕੀਆ। ਹੁਣ ਜੇ ਅਸੀਂ ਕਾਲ ਕੋਲੋਂ ਮੰਗੀਆਂ ਚੀਜ਼ਾਂ, ਕਾਲ ਦੀਆਂ ਚੀਜ਼ਾਂ ਮੰਗੀਆਂ, ਕਾਲ ਨੇ ਦੇਈ ਜਾਣੀਆਂ, ਕਿਉਂਕਿ ਸਤਿਗੁਰ ਦਾ ਨਿਰੰਕਾਰ ਦਾ ਉਹ ਅੱਗੇ ਨੌਕਰ ਆ, ਉਹਨੇ ਦੇਈ ਜਾਣਾ ਸਾਰਾ ਕੁਝ। ਫਿਰ ਅਸੀਂ ਮੰਗ ਕੇ ਕੋਰੇ ਸਤਿਗੁਰੂ ਕੋਲੋਂ ਤੇ ਮੰਗਿਆ ਹੀ ਕੁਝ ਨਹੀਂ, ਭਾਵੇਂ ਸਤਿਗੁਰ ਦੇ ਅੱਗੇ ਜਾ ਕੇ ਬੇਨਤੀ ਕੀਤੀ ਆ, ਪਰ ਫਿਰ ਵੀ ਗੁਰਬਾਣੀ ਗੁਰੂ ਸਾਹਿਬ ਕਹਿੰਦੇ ਦਿਨ ਦਾ ਸਾਰਾ ਕੁਝ ਕਾਲ ਆ, ਕਿਉਂਕਿ ਸੰਸਾਰੀਆਂ ਚੀਜ਼ਾਂ ਉਹਦੇ ਵੱਸ ਵਿੱਚ ਆ। ਹੁਣ ਮਹਾਰਾਜ ਗੁਰਬਾਣੀ 'ਚ ਤਾਈਓ ਤੇ ਆਪਾਂ ਨੂੰ ਸਮਝਾਉਂਦੇ ਆ, ਕਹਿੰਦੇ ਸਤਿਗੁਰੂ ਰਾਖਣ ਹਾਰਾ ਹੈ। ਸਤਿਗੁਰੂ ਤਾਂ ਹੀ ਰੱਖਿਆ ਕਰੂ ਜੇ ਸਤਿਗੁਰੂ ਨੂੰ ਮੰਗਾਂਗੇ। ਅਸੀਂ ਸਤਿਗੁਰੂ ਨੂੰ ਤੇ ਮੰਗਿਆ ਹੀ ਨਹੀਂ, ਅਸੀਂ ਤੇ ਕਾਲ ਕੋਲੋਂ ਮੰਗ ਲਿਆ ਸਾਰਾ ਕੁਝ। ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਅੱਗੇ ਸਮਝਾਉਂਦੇ, ਮਹਾਰਾਜ ਕਹਿੰਦੇ ਜਿਹੜਾ ਮਨਮੁਖ ਜੀਵ ਆ ਉਹ ਇਹੋ ਜਿਹੇ ਪੱਥਰ ਵਰਗਾ ਹਿਰਦਾ ਉਹਦਾ ਕਠੋਰ ਆ। ਹੁਣ ਤੁਸੀਂ ਦੇਖੋ ਗੁਰਮੁਖੋ, ਜਦੋਂ ਤੁਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੁਆਰਾ ਕਿਸੇ ਗੁਰਮੁਖ ਨੂੰ ਮਾਲਕ ਦੇ ਮਲਾਪ ਦਾ ਮਾਰਗ ਸਮਝਾਓਗੇ ਨਾ, ਤੇ ਉਹਦਾ ਅੰਦਰ ਮਹਾਰਾਜ ਕਹਿੰਦੇ ਪੱਥਰ ਵਰਗਾ ਕਠੋਰ ਹੋ ਚੁੱਕਾ, ਕਿ ਜਿਹੜਾ ਉੱਪਰੋਂ ਤੇ ਤੁਹਾਨੂੰ ਹਾਂਜੀ ਹਾਂਜੀ ਕਰੀ ਜਾਊਗਾ, ਪਰ ਅੰਦਰੋਂ ਕਦੇ ਉਹ ਭੇਜ ਨਹੀਂ ਸਕਦਾ। ਤੇ ਜਿਨ੍ਹਾਂ ਦੇ ਅੰਦਰ ਤੜਫ ਆ ਪਰਮਾਤਮਾ ਨਿਰੰਕਾਰ ਨੂੰ ਮਿਲਣ ਦੀ, ਜਿਨ੍ਹਾਂ ਦੇ ਅੰਦਰ ਇੱਕ ਤੜਫ ਆ ਨਿਰੰਕਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸੁਣ ਕੇ ਮਨ ਨੂੰ ਸ਼ਾਂਤ ਕਰਨ ਦੀ, ਉਹ ਅੰਦਰੋਂ ਵੀ ਭੇਜ ਜਾਂਦੇ ਆ। ਲੇਕਿਨ ਜਿਹੜਾ ਮਨਮੁਖ ਆ ਉਹਨੂੰ ਤੁਸੀਂ ਸਿਮਰਨ ਭਾਵੇਂ ਬੈਠ ਕੇ ਕਰਵਾ ਲਓ ਉਹਦੇ ਲਾਗੇ, ਭਾਵੇਂ ਉਹਦੇ ਲਾਗੇ ਬੈਠ ਕੇ ਤੁਸੀਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਇਕੱਥ ਦੀ ਵਿਚਾਰ ਸੁਣਾ ਲਓ, ਸਤਿਗੁਰੂ ਗੁਰਬਾਣੀ 'ਚ ਕਹਿੰਦੇ ਆ ਉਹ ਪੱਥਰ ਵਰਗਾ ਹੋਏਗਾ ਉਹਦਾ ਹਿਰਦਾ, ਅੰਦਰੋਂ ਨਹੀਂ ਭੇਜ ਸਕਦਾ। ਤਾਂ ਹੀ ਮਹਾਰਾਜ ਗੁਰਬਾਣੀ ਸਮਝਾਉਂਦੇ ਆ, ਕਹਿੰਦੇ ਖੇਹੂ ਖੇਹ ਰਲੈ ਤਨ ਸੀਜੈ ਮਨਮੁਖ ਪਾਥਰ ਸੈਲ ਨਾ ਭੀਜੈ। ਕਹਿੰਦੇ ਜਿਹੜਾ ਮਨਮੁਖ ਆ ਉਹ ਅੰਦਰੋਂ ਪੱਥਰ ਵਰਗਾ ਕਠੋਰ ਆ, ਅੰਦਰੋਂ ਗਿੱਲਾ ਨਹੀਂ ਹੋ ਸਕਦਾ, ਭਿੱਜ ਨਹੀਂ ਸਕਦਾ ਪਿਆਰ ਵਿੱਚ, ਤੇ ਉਹ ਫਿਰ ਖੇਹੂ ਖੇਹ ਰਲੈ ਤਨ ਸੀਜੇ। ਕਹਿੰਦੇ ਉਹਨੂੰ ਇਹ ਨਹੀਂ ਪਤਾ ਜਿਸ ਤਨ ਕਰਕੇ ਤੂੰ ਪਰਮਾਤਮਾ ਨੂੰ ਹੀ ਭੁਲਾਈ ਬੈਠਾ, ਇਹ ਤਨ ਤੇਰਾ ਇੱਕ ਦਿਨ ਖੇ ਸਵਾਹ ਬਣ ਜਾਣਾ, ਇੰਨੀ ਕੁ ਜਗ੍ਹਾ 'ਚ ਹੀ ਆ ਜਾਣਾ ਇਹ ਸਾਰਾ ਕੁਛ, ਇੱਕ ਕੁੱਜੇ ਦੇ ਵਿੱਚ ਪੈ ਕੇ ਚੱਲ ਜਾਣਾ, ਇੱਕ ਬੋਰੀ ਵਿੱਚ ਸਵਾਹ ਬਣ ਕੇ ਚੱਲ ਜਾਣਾ ਇਸ ਤਨ ਨੇ। ਮਹਾਰਾਜ ਕਹਿੰਦੇ ਆ ਖੇਹੂ ਖੇਹ ਰਲੈ ਤਨ ਸੀਜੈ ਮਨਮੁਖ ਪਾਥਰ ਸੈਲ ਨਾ ਭੀਜੈ। ਹੁਣ ਉਹ ਕੀ ਕਰਦਾ ਆ? ਮਹਾਰਾਜ ਕਹਿੰਦੇ ਆ ਜਿਹੜਾ ਮਨਮੁਖ ਜੀਵ ਆ, ਹੁਣ ਗੁਰੂ ਘਰ ਜਾ ਕੇ ਮੱਥਾ ਟੇਕੋ ਕਿ ਵਾਹਿਗੁਰੂ ਮੇਰੇ ਕੋਲ ਗਲਤੀਆਂ ਹੋ ਗਈਆਂ, ਮੈਨੂੰ ਬਖਸ਼ ਲਾ, ਲੰਗਰ ਲਾ ਦੂਗਾ, ਪੁੰਨ ਦਾਨ ਕਰ ਲੂ, ਬੜੇ ਮਹਾਰਾਜ ਕਹਿੰਦੇ ਪਲਾਵ ਕਰਦਾ, ਪਖੰਡ ਕਰੂਗਾ, ਪਰ ਇਦਾਂ ਬਖਸ਼ਿਆ ਨਹੀਂ ਜਾਂਦਾ ਜਿੰਨਾ ਚਿਰ ਅਭਿਆਸ ਸਿਮਰਨ ਕਰਕੇ ਉਹਦਾ ਜੀਵ ਦਾ ਮਨ ਆ ਜਿਹੜਾ ਅੰਦਰੋਂ ਅਕਾਲ ਪੁਰਖ ਦੇ ਸ਼ਬਦ ਨਾਲ ਜੁੜ ਨਹੀਂ ਜਾਂਦਾ। ਮਹਾਰਾਜ ਕਹਿੰਦੇ ਆ, ਕਹਿੰਦੇ ਕਰਨ ਪਲਾਵ ਕਰੇ ਬਹੁ ਤੇਰੇ ਨਰਕ ਸੁਰਗ ਅਵਤਾਰਾ ਹੈ। ਕਹਿੰਦੇ ਉਹ ਕਈ ਜਨਮਾਂ ਜੂਨਾਂ ਦੇ ਵਿੱਚ ਭਟਕਦਾ ਰਹਿੰਦਾ ਆ ਜੀਵ, ਪਲਾਵ ਪਖੰਡ ਤੇ ਬਹੁਤ ਕਰਦਾ ਆ ਕਿ ਮੈਂ ਬੜਾ ਗੁਰੂ ਦੇ ਨੇੜੇ ਆ, ਨਿਰੰਕਾਰ ਵਾਹਿਗੁਰੂ ਸਤਿਗੁਰ ਦੇ ਨੇੜੇ ਆ, ਆਪਣਾ ਬਾਹਰੀ ਭੇਖ ਵੀ ਲੋਕਾਂ ਨੂੰ ਦਿਖਾ ਕੇ ਪਖੰਡ ਕਰਦਾ ਆ। ਲੇਕਿਨ ਮਹਾਰਾਜ ਕਹਿੰਦੇ ਆ ਅੰਦਰੋਂ ਪੱਥਰ ਵਰਗਾ ਭਿੱਜਿਆ ਨਹੀਂ, ਅੰਦਰੋਂ ਉਹਦੇ ਅੰਦਰ ਮਾਲਕ ਦੇ ਮਿਲਾਪ ਵਾਸਤੇ
ਨਾ ਤੇ ਉਹਦੇ ਅੰਦਰ ਵਿਰਾਗ ਪੈਦਾ ਹੋਇਆ, ਨਾ ਉਹਦੇ ਹਿਰਦੇ ਦੇ ਅੰਦਰ ਤੜਫ ਪੈਦਾ ਹੋਈ। ਹੁਣ ਪੈਸਾ ਕਮਾਉਣ ਵਾਸਤੇ ਜੀਵ ਸਵੇਰੇ ਉੱਠਦਿਆਂ ਸਾਰੀ ਤੜਫਦਾ ਵੀ ਛੇਤੀ ਛੇਤੀ ਜਾ ਕੇ ਇੰਨੇ ਘੰਟੇ ਇੰਨੀ ਕਮਾਈ ਕਰ ਲਵਾਂ ਮੈਂ। ਇੱਕ ਤੜਫ ਆ ਨਾ, ਇੰਨੀ ਤੜਫ ਮਾਲਕ ਦੇ ਮਿਲਾਪ ਵਾਸਤੇ ਸਾਡੇ ਅੰਦਰ ਹੈ ਹੀ ਨਹੀਂ। ਸਤਿਗੁਰੂ ਗੁਰਬਾਣੀ 'ਚ ਅੱਗੇ ਸਮਝਾਉਂਦੇ, ਮਹਾਰਾਜ ਕਹਿੰਦੇ ਜਿਹੜੇ ਮਾਇਆ ਨਾ, ਇਹ ਕੀ ਆ? ਮਹਾਰਾਜ ਕਹਿੰਦੇ ਇਸ ਮਾਇਆ ਨੇ, ਇਹ ਮਾਇਆ ਜ਼ਹਿਰ ਆ ਜਿਹੜੇ ਸਾਡੇ ਮਨ ਨੂੰ ਚੜ੍ਹਦੀ ਆ। ਹੁਣ ਜ਼ਹਿਰ ਕਿਵੇਂ ਚੜ੍ਹਦਾ? ਜ਼ਹਿਰ ਦੇਖਿਆ ਨਾ, ਜਿਸ ਸੱਪ ਨੂੰ ਆਪਾਂ ਮਾਰਨ ਦੀ ਕੋਸ਼ਿਸ਼ ਕਰਦੇ ਆ, ਕੁਛ ਸਮੇਂ ਵਾਸਤੇ ਉਹ ਕਿੱਦਾਂ ਪਸਲੇਟੀਆਂ ਜੀਆਂ ਮਾਰੀ ਜਾਂਦਾ ਹੈ, ਜਿੱਦਾਂ ਕਹਿੰਦੇ ਨਾ ਵਿਸ ਚੜ੍ਹਦੀ ਆ, ਜ਼ਹਿਰ ਚੜ੍ਹਦੀ ਆ। ਸਾਡੇ ਮਨ ਨੂੰ ਵੀ ਕਦੀ ਕਾਮ ਦੀ, ਕਦੀ ਕ੍ਰੋਧ ਦੀ, ਨਿੰਦਿਆ, ਚੁਗਲੀ, ਈਰਖਾ, ਹਉਮੈ, ਹੰਕਾਰ ਦੀ ਜ਼ਹਿਰ ਅੰਦਰ ਸਾਰਾ ਦਿਨ ਚੜੀ ਜਾਂਦੀ ਆ। ਤੇ ਮਹਾਰਾਜ ਤਾਈਓ ਕਹਿੰਦੇ ਮਾਇਆ ਬਿਖ ਭਯੰਗਮ ਨਾਲੇ। ਮਹਾਰਾਜ ਕਹਿੰਦੇ ਇਹ ਮਾਇਆ ਦੀ ਜ਼ਹਿਰ ਸਾਡੇ ਮਨ ਨੂੰ ਚੜੀ ਹੋਈ ਆ। ਇਨ ਦੁਬਦਾ ਘਰ ਬਹੁਤੇ ਗਾਲੇ। ਕਹਿੰਦੇ ਇਹਨੇ ਇੰਨੇ ਘਰਾਂ ਦੇ ਵਿੱਚ ਦੁਬਦਾ ਪਾ ਦਿੱਤੀ ਆ, ਆਪਸ ਵਿੱਚ ਜੀਵ ਪਤੀ ਪਤਨੀ, ਪਿਓ ਪੁੱਤ, ਮਾਂ ਪੁੱਤ, ਭੈਣ ਭਰਾ, ਇਹ ਲੜੀ ਜਾਂਦੇ। ਦੁਬਦਾ ਦਾ ਮਤਲਬ ਸਮਝਦੇ ਨਾ ਵੀ ਲੜਾਈ ਝਗੜਾ ਕਰਨੀ, ਈਰਖਾ ਘਰਾਂ ਦੇ ਵਿੱਚ ਹੀ ਮਾਇਆ ਨੇ ਪਵਾ ਦਿੱਤੀ। ਗੁਰਬਾਣੀ ਪੜ੍ਹ ਕੇ ਵੀ ਮਾਇਆ ਦਾ ਗਿਆਨ ਨਹੀਂ ਆਇਆ। ਫਿਰ ਕਹਿੰਦੇ ਜੀ ਸਾਡੇ ਮੰਮੀ, ਸਾਡੇ ਡੈਡੀ, ਸਾਡੀ ਭੈਣ, ਸਾਡਾ ਭਰਾ, ਉਹ ਤਾਂ ਘਰ ਵਿੱਚ ਗੁਰਬਾਣੀ ਬਹੁਤ ਪੜ੍ਹਦੇ, ਉਹਨਾਂ ਨੂੰ ਬੜੇ ਸਾਲ ਹੋ ਗਏ ਪਾਠ ਕਰਦਿਆਂ ਨੂੰ, ਗੁਰਬਾਣੀ ਪੜ੍ਹਦਿਆਂ ਨੂੰ ਬਹੁਤ ਕਈ ਚਿਰ ਹੋ ਗਿਆ। ਹੁਣ ਬਾਣੀ ਪੜ੍ਹ ਤੇ ਲਈ ਪਰ ਗਿਆਨ ਤੇ ਲਿਆ ਹੀ ਨਹੀਂ। ਬਾਣੀ ਕੀ ਪੜ੍ਹ ਲਈ? ਇਹ ਤਾਂ ਉਹ ਹਾਲਤ ਹੋ ਗਈ, ਆਪਾਂ ਕਿਤੇ ਜਾਣਾ ਤੇ ਕਿਸੇ ਨੂੰ ਕਿਹਾ ਭਾਈ ਐਡਰੈਸ, ਉਹਨਾਂ ਕਿਹਾ ਜੀ ਲਓ ਇਹਦੇ ਉੱਪਰ ਲਿਖਿਆ ਆ। ਐਡਰੈਸ ਪੜ੍ਹ ਲਿਆ, ਘਰੋਂ ਤੁਰੇ ਨਹੀਂ। ਅਗਲੇ ਦਿਨ ਫਿਰ ਐਡਰੈਸ ਕੱਢਿਆ, ਪੜ੍ਹ ਲਿਆ, ਤੁਰੇ ਨਹੀਂ। ਅਗਲੇ ਦਿਨ ਫਿਰ ਇਦਾਂ ਕੀਤਾ। ਇਹ ਹਾਲਤ ਸਾਡੇ ਮਨ ਦੀ ਹੋ ਚੁੱਕੀ ਆ। ਗੁਰੂ ਗ੍ਰੰਥ ਸਾਹਿਬ 1430 ਅੰਗ ਅਕਾਲ ਪੁਰਖ ਨੂੰ ਮਿਲਣ ਦਾ ਇੱਕ ਰਸਤਾ ਆ, ਇੱਕ ਮਾਰਗ ਆ। ਸਾਡੀ ਸੁਰਤ ਨੇ, ਸਾਡੇ ਮਨ ਨੇ ਅਕਾਲ ਪੁਰਖ ਨੂੰ ਮਿਲਣ ਵਾਸਤੇ ਜਨਮ ਲਿਆ ਆ, ਮਨੁੱਖਾ ਜਨਮ। ਹੁਣ ਅਸੀਂ ਗੁਰਬਾਣੀ ਪੜ੍ਹੀ ਜਾਂਦੇ ਹਾਂ, ਮਾਲਕ ਨੂੰ ਮਿਲਣ ਦਾ ਮਾਰਗ ਰਸਤਾ ਪੜ੍ਹੀ ਜਾਂਦੇ ਹਾਂ, ਫਿਰ ਪੜ੍ਹ ਕੇ ਬੰਦ ਕਰਕੇ ਰੱਖਦੇ ਨੇ, ਤੁਰਦੇ ਤੇ ਹੈ ਹੀ ਨਹੀਂ। ਤੇ ਮਹਾਰਾਜ ਕਹਿੰਦੇ ਫਿਰ ਪਹੁੰਚਾਂਗੇ ਕਿਵੇਂ ਉਸ ਮੰਜ਼ਿਲ ਤੇ? ਸਤਿਗੁਰੂ ਕਹਿੰਦੇ ਵੀ ਇਹ ਜਿਹੜੀ ਮਾਇਆ ਆ, ਜੋ ਇਹਨਾਂ ਨੇਤਰਾਂ ਨਾਲ ਦਿਖਦਾ ਸਾਰਾ ਕੁਝ ਮਾਇਆ ਆ। ਤੁਹਾਡਾ ਸਰੀਰ ਤੁਹਾਨੂੰ ਦਿਖਦਾ, ਇਹ ਵੀ ਮਾਇਆ ਆ, ਕਿ ਤੁਸੀਂ ਸਰੀਰ ਤਾਂ ਹੈ ਹੀ ਨਹੀਂ, ਤੁਸੀਂ ਤਨ ਤਾਂ ਹੈ ਹੀ ਨਹੀਂ, ਤੁਸੀਂ ਤਾਂ ਮਨ ਹੋ। ਫਿਰ ਮਹਾਰਾਜ ਕਹਿੰਦੇ ਇਸ ਮਾਇਆ ਨੇ, ਕਿਉਂਕਿ ਇਹ ਸਰੀਰ ਸਭ ਮੂਲ ਹੈ ਮਾਇਆ, ਇਹਨਾਂ ਸਰੀਰਾਂ ਨੇ ਆਪਸ ਵਿੱਚ ਹੀ ਦੁਬਦਾ ਘਰਾਂ ਦੇ ਵਿੱਚ ਈਰਖਾ ਪਾਈ ਹੋਈ ਆ। ਹਰ ਇੱਕ ਪਰਿਵਾਰ ਦੇ ਜੀਵ ਆਪਸ ਵਿੱਚ ਝਗੜਾ ਕਰੀ ਜਾਂਦੇ ਆ। ਤੇ ਮਹਾਰਾਜ ਕੀ ਸਮਝਾਉਂਦੇ ਆ? ਕਹਿੰਦੇ ਇਹ ਵੀ ਗਿਆਨ ਨਹੀਂ ਆਇਆ ਐਸੇ ਗੁਰਮੁਖਾਂ ਨੂੰ, ਇਹਨਾਂ ਜੀਵਾਂ ਨੂੰ ਗੁਰਬਾਣੀ ਪੜ੍ਹ ਕੇ ਵੀ ਝਗੜਾ ਹੁੰਦਾ ਕਿਵੇਂ ਆ ਘਰਾਂ ਦੇ ਵਿੱਚ, ਤੇ ਝਗੜਾ ਕੌਣ ਕਰਦਾ ਆ? ਹੁਣ ਆਪਾਂ ਜਦੋਂ ਗੁਰਬਾਣੀ ਪੜ੍ਹਦੇ ਹਾਂ, ਬਾਬਾ ਕਬੀਰ ਜੀ ਸਾਡੇ ਉੱਪਰ ਕਿਰਪਾ ਕਰਕੇ ਕਹਿੰਦੇ ਆ, ਕਹਿੰਦੇ ਐ ਗੁਰਮੁਖ ਜਨੋ, ਤੁਹਾਡਾ ਮਨ ਆ ਸੁੱਤਾ ਹੋਇਆ, ਤੇ ਤੁਹਾਡੇ ਅੰਦਰ ਵਸਦੇ ਆ ਕਾਮ, ਕ੍ਰੋਧ, ਲੋਭ, ਹੰਕਾਰ, ਜਿਹੜੇ ਹਰ ਇੱਕ ਸਰੀਰ ਦੇ ਅੰਦਰ ਵਸਦੇ ਆ, ਉਹ ਆਪਸ ਵਿੱਚ ਝਗੜਾ ਕਰਦੇ ਆ, ਪਰ ਤੁਹਾਨੂੰ ਸਮਝ ਨਹੀਂ ਲੱਗ ਰਹੀ। ਤੇ ਮਹਾਰਾਜ ਕੀ ਸਮਝਾਉਣਾ ਕਰਦੇ ਗੁਰਬਾਣੀ ਵਿੱਚ? ਮਹਾਰਾਜ ਸਮਝਾਉਂਦੇ ਆ, ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਤੇ ਸਤਿਗੁਰ ਕਹਿੰਦੇ ਇੱਕ ਵਾਰ ਨਹੀਂ। ਸੁਖਮਨੀ ਸਾਹਿਬ ਦੀ ਬਾਣੀ ਆਪਾਂ ਸਾਰੇ ਹੀ ਪੜ੍ਹਦੇ ਆ ਨਾ, ਸੁਖਮਨੀ ਸਾਹਿਬ ਦੀ ਬਾਣੀ ਵਿੱਚ ਕਿਹਾ ਵੀ ਇੱਕ ਵਾਰ ਨਹੀਂ, ਇਹ ਮਨੁੱਖਾ ਜਨਮ ਤੁਸੀਂ ਕਈ ਵਾਰ ਗਵਾ ਚੁੱਕੇ ਹੋ, ਬਾਰ-ਬਾਰ ਗਵਾ ਚੁੱਕੇ। ਬੜੀ ਵਾਰੀ ਮਿਲਿਆ, ਮਾਲਕ ਨੇ ਤਰਸ ਕਰਕੇ ਤੁਹਾਨੂੰ ਮਨੁੱਖਾ ਦੇਹੀ ਦਿੱਤੀ। ਕਿਵੇਂ ਗਵਾਇਆ? ਇਹਨਾਂ ਪੰਜਾਂ ਦੇ ਆਖੇ ਲੱਗ ਕੇ, ਤੇ ਪੰਜ ਕੀ ਸਾਡੇ ਕੋਲੋਂ ਕਰਾਉਂਦੇ ਰਹੇ? ਬੈਰ, ਵਿਰੋਧ, ਕਾਮ, ਕ੍ਰੋਧ, ਮੋਹ, ਝੂਠ, ਬੇਕਾਰ, ਮਹਾ, ਲੋਭ, ਧਰੋਹ, ਇਆਹੂ ਜੁਗਤ ਬਿਹਾਨੇ ਕਈ ਜਨਮ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਮਝਾ ਦਿੰਦੇ ਸਾਨੂੰ ਸੁਖਮਨੀ ਸਾਹਿਬ ਦੀ ਬਾਣੀ 'ਚ। ਹੁਣ ਇਹ ਗਿਆਨ ਪੜ੍ਹ ਲਿਆ, ਗਿਆਨ ਆਇਆ ਨਹੀਂ ਵੀ ਭਾਈ ਮੇਰੇ ਤੇ ਪਹਿਲੋਂ ਵੀ ਬੜੇ ਜਨਮ ਇਹਨਾਂ ਨੇ ਹਰਾਏ ਆ। ਹੁਣ ਸਤਿਗੁਰ ਨੇ ਕਿਰਪਾ ਕੀਤੀ, ਫਿਰਤ ਫਿਰਤ ਬਹੁਤੇ ਯੁਗ ਹਾਰਿਓ। ਕਹਿੰਦੇ ਕਈ ਯੁਗ ਤੁਸੀਂ ਹਾਰਦੇ ਰਹੇ ਇਹਨਾਂ ਪੰਜਾਂ ਕੋਲੋਂ। ਮਾਨਸ ਦੇਹ ਲਈ ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਅਕਾਲ ਪੁਰਖ ਨੂੰ ਮਿਲਣ ਦੀ ਵਾਰੀ ਆ,
ਤੇ ਮਹਾਰਾਜ ਕਹਿੰਦੇ ਫਿਰ ਸਿਮਰਨ ਨਹੀਂ ਕਰਦੇ। ਮਹਾਰਾਜ ਕਹਿੰਦੇ ਇਹ ਮਾਇਆ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ। ਤੇ ਕੀ ਮਹਾਰਾਜ ਕਹਿੰਦੇ ਆ? ਕਹਿੰਦੇ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਏਕ ਨਾਮ ਚਿਤ ਲਾਇਆ, ਜਿਨੀ ਸੱਚ ਨਾਮ ਚਿਤ ਲਾਇਆ। ਕਹਿੰਦੇ ਜਿਨ੍ਹਾਂ ਨੇ ਆਪਣਾ ਮਨ ਆਪਣਾ ਚਿੱਤ ਨਾਮ ਨਾਲ ਜੋੜ ਲਿਆ ਉਹ ਗੁਰਮੁਖ ਇਸ ਮਾਇਆ ਦਾ ਗਿਆਨ ਲੈ ਲੈਂਦੇ ਆ। ਉਹ ਇਸ ਮਾਇਆ ਤੋਂ ਮਨ ਉਹਨਾਂ ਦਾ ਅਕਾਲ ਪੁਰਖ ਦੀ ਕਿਰਪਾ ਨਾਲ ਉੱਪਰ ਉੱਠ ਜਾਂਦਾ। ਤੇ ਮਨਮੁਖ ਇਹ ਮਾਇਆ ਖਾਈ ਜਾ ਰਹੀ ਮਨਮੁਖ ਜੀਵ ਨੂੰ, ਕਿਉਂਕਿ ਬਿਨ ਦੰਦਾਂ ਤੋਂ ਬਗੈਰ, ਜੇ ਤੇ ਕੋਈ ਦੰਦਾਂ ਵਾਲੀ ਚੀਜ਼ ਹੋਵੇ, ਸਾਨੂੰ ਦੰਦੀ ਵੱਢਣ ਲੱਗੀ ਹੋਵੇ ਤੇ ਅਸੀਂ ਬਚ ਜਾਈਏ ਵੀ ਵਾਹ ਇਹ ਤੋਂ ਬਚ ਜਾਓ, ਮੈਨੂੰ ਦੰਦੀ ਥੋੜੀ ਜਿਹੀ ਚੁਭੀ ਆ। ਪਰ ਉਹ ਐਸੀ ਮਾਇਆ ਜਿਹੜੀ ਵਿਚਾਰਾਂ ਦੀ ਫੁਰਨਿਆਂ ਦੀ ਮਾਇਆ ਆ, ਉਹ ਇਦਾਂ ਠੱਗ ਰਹੀ ਹੈ, ਸਾਨੂੰ ਖਾ ਰਹੀ ਹੈ ਕਿ ਅਸੀਂ ਖੁਦ ਉਹਦੇ ਮੂੰਹ ਵਿੱਚ ਨਿਕਲੇ ਜਾ ਰਹੇ ਪਰ ਸਾਨੂੰ ਭੇਤ ਨਹੀਂ ਆ ਰਿਹਾ। ਤਾਂ ਹੀ ਮਹਾਰਾਜ ਕਹਿੰਦੇ ਆ ਇਸ ਮਾਇਆ ਨੇ ਬੜੇ ਘਰਾਂ ਦੇ ਵਿੱਚ ਦੁਬਦਾ ਪਾਈ ਤੇ ਘਰਾਂ ਦੇ ਘਰ ਗਲ ਗਏ। ਇਹਦੇ ਵਿੱਚ ਘਰਾਂ ਦੇ ਘਰ ਮਹਾਰਾਜ ਕਹਿੰਦੇ ਇਨ ਦੁਬਦਾ ਘਰ ਬਹੁਤੇ ਗਾਲੇ। ਦੁਬਦਾ ਘਰ ਕੀ? ਸਰੀਰ। ਕਈ ਸਰੀਰਾਂ ਦੇ ਅੰਦਰ ਦੁਬਦਾ ਪਵਾ ਦਿੱਤੀ, ਈਰਖਾ ਵੈਰ ਵਿਰੋਧ ਇੱਕ ਦੂਸਰੇ ਨਾਲ ਪਵਾ ਦਿੱਤਾ ਤੇ ਘਰਾਂ ਦੇ ਘਰ ਸਰੀਰਾਂ ਦੇ ਸਰੀਰ ਹੀ ਇੱਥੋਂ ਚਲੇ ਗਏ ਸੰਸਾਰ ਚੋਂ ਦੁਬਦਾ ਕਰਦੇ ਹੋਏ। ਤੇ ਮਹਾਰਾਜ ਕੀ ਕਹਿੰਦੇ ਆ? ਮਹਾਰਾਜ ਕਹਿੰਦੇ ਲੇਕਿਨ ਸਤਿਗੁਰ ਤੋਂ ਬਗੈਰ ਤੁਹਾਡੀ ਪ੍ਰੀਤ ਜਿਹੜੀ ਆ ਨਾ ਉਸ ਪਰਮਾਤਮਾ ਨਾਲ ਨਹੀਂ ਪੈ ਸਕਦੀ। ਤੇ ਜਿੰਨਾ ਚਿਰ ਪ੍ਰੀਤ ਨਹੀਂ ਹੈ ਨਾ ਉਹਨਾਂ ਚਿਰ ਭਗਤੀ ਨਹੀਂ ਹੋ ਸਕਦੀ। ਹੁਣ ਕਈ ਗੁਰਮੁਖ ਸੰਗਤ ਵਿੱਚ ਆਉਂਦੇ ਆ ਵੀ ਵੇਖੋ ਵੇਖੀ ਸਿਮਰਨ ਕਰ ਲੈਂਦੇ ਆ, ਘਰਾਂ ਵਿੱਚ ਕਲੇਸ਼ ਆ ਹਟ ਜੂਗਾ, ਆਹ ਕੰਮ ਹਟ ਜੂਗਾ। ਉਹ ਸਤਿਗੁਰ ਕਿਰਪਾ ਕਰਦੇ ਜਦੋਂ ਆਪਾਂ ਇਸ ਮਾਰਗ ਤੇ ਚੱਲਦੇ ਆ। ਪਰ ਮਹਾਰਾਜ ਕਹਿੰਦੇ ਆ ਕਿ ਆਪਣੇ ਅੰਦਰ ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ ਮਿਲਣ ਦੀ ਇੱਕ ਤੜਫ ਤੇ ਵਿਰਾਗ ਪੈਦਾ ਕਰੋ। ਆਪਣੇ ਅੰਦਰ ਖਿੱਚ ਕਿਹਦੀ ਕਰੋ? ਉਸ ਅਕਾਲ ਪੁਰਖ ਦੀ। ਅਸੀਂ ਕੁਝ ਸਮੇਂ ਵਾਸਤੇ ਸਾਡੀ ਮਾਂ ਜਾਂ ਸਾਡੇ ਪਿਓ ਤੋਂ ਦੂਰ ਹੁੰਨੇ ਆ ਤੇ ਰੋਣ ਲੱਗ ਜਾਂਦੇ ਉੱਚੀ ਉੱਚੀ, ਹਾਏ ਮੇਰੀ ਮਾਂ, ਹਾਏ ਮੇਰਾ ਪਿਤਾ, ਹਾਏ ਮੇਰੀ ਪਤਨੀ, ਹਾਏ ਮੇਰੇ ਬੱਚੇ, ਮੈਂ ਦੇਖਿਆ ਬੜਾ ਚਿਰ ਹੋ ਗਿਆ। ਤੇ ਮਹਾਰਾਜ ਕਹਿੰਦੇ ਜਿਸ ਅਕਾਲ ਪੁਰਖ ਕੋਲੋਂ ਵਿਛੜੇ ਹੋ ਉਹਨੂੰ ਦੇਖਿਆ ਨੂੰ ਕਿੰਨਾ ਚਿਰ ਹੋਇਆ ਜੀ? ਕਿੰਨੇ ਯੁੱਗ ਹੋ ਗਏ ਜੇ ਉਹਨੂੰ ਦੇਖਿਆ ਨੂੰ? ਕਦੀ ਗਏ ਜੇ ਵਾਪਸ? ਅੱਜ ਤੱਕ ਆਪਾਂ ਕਦੀ ਵਾਪਸ ਨਹੀਂ ਗਏ। ਆਪਣੇ ਮੂਲ ਨੂੰ ਅਸੀਂ ਦੇਖਿਆ ਹੀ ਨਹੀਂ ਕਿ ਅਸੀਂ ਪੈਦਾ ਕਿੱਥੋਂ ਹੋਏ ਆ। ਅਕਾਲ ਪੁਰਖ ਤੋਂ। ਅਕਾਲ ਪੁਰਖ ਕਿੱਥੇ ਵਸਦਾ ਸਾਨੂੰ ਪਤਾ ਹੀ ਨਹੀਂ। ਬਾਣੀ 'ਚ ਗਿਆਨ ਦਿੱਤਾ ਸਾਰਾ ਕਿ ਉਹ ਮਾਲਕ ਤੁਹਾਡਾ ਪਰਮੇਸ਼ਰ ਵਾਹਿਗੁਰੂ ਕਿੱਥੇ ਵਸਦਾ ਆ, ਤੁਸੀਂ ਉਹਨੂੰ ਦੇਖਣ ਤੇ ਸੁਣਨ ਵਾਸਤੇ ਆਏ ਹੋ। ਤੇ ਮਹਾਰਾਜ ਕਹਿੰਦੇ ਕਦੀ ਉਹਨੂੰ ਦੇਖਿਆ ਜੇ? ਨਹੀਂ। ਉਹਦੇ ਪ੍ਰਤੀ ਤੇ ਸਾਡੇ ਅੰਦਰ ਅੱਜ ਤੱਕ ਤੜਫ ਪੈਦਾ ਹੋਈ ਹੀ ਨਹੀਂ। ਤੇ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਆ, ਮਹਾਰਾਜ ਕਹਿੰਦੇ ਸਤਿਗੁਰ ਬਾਝੋਂ ਪ੍ਰੀਤ ਨਾ ਉਪਜੈ। ਕਹਿੰਦੇ ਸਤਿਗੁਰ ਤੋਂ ਬਗੈਰ ਤੁਹਾਡੇ ਅੰਦਰ ਪ੍ਰੇਮ ਮਾਲਕ ਦੇ ਮਿਲਣ ਦਾ ਪ੍ਰਗਟ ਨਹੀਂ ਹੋ ਸਕਦਾ। ਸਤਿਗੁਰ ਬਾਝੋਂ ਪ੍ਰੀਤ ਨਾ ਉਪਜੈ ਭਗਤ ਰਤੇ ਪਤਿਆਰਾ ਹੈ। ਮਹਾਰਾਜ ਕਹਿੰਦੇ ਜਿਹੜਾ ਭਗਤੀ 'ਚ ਰਤਿਆ ਜਾਂਦਾ ਉਹ ਮਾਲਕ ਦੀ ਨਦਰ ਦੇ ਵਿੱਚ ਆ ਜਾਂਦਾ ਆ। ਸਤਿਗੁਰੂ ਗੁਰਬਾਣੀ 'ਚ ਕੀ ਕਹਿੰਦੇ ਆ? ਜਿਹੜਾ ਕਹਿੰਦੇ ਮਨਮੁਖ ਜੀਵਿਆ ਸਾਕਤਿਆ ਮੂਰਖ ਆ ਨਾ ਬੰਦਾ, ਉਹ ਇਸ ਮਾਇਆ ਨੂੰ ਆਪ ਹੀ ਅੰਦਰ ਇਕੱਠਾ ਕਰੀ ਜਾਂਦਾ। ਸਾਕਤ ਮਾਇਆ ਕਉ ਬਹੁ ਧਾਵੇ। ਆਪ ਹੀ ਮਾਇਆ ਦੇ ਜਾਲ 'ਚ ਫਸੀ ਜਾ ਰਿਹਾ। ਤੇ ਮਹਾਰਾਜ ਕੀ ਕਹਿੰਦੇ ਆ? ਨਾਮ ਵਿਸਾਰ ਕਹਾਂ ਸੁਖ ਪਾਵੇ। ਦੇਖੋ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਗੁਰਬਾਣੀ ਦੀਆਂ ਸਾਰਿਆਂ ਰਲ ਕੇ ਆਪਾਂ ਵਿਚਾਰ ਕਰਦੇ। ਇਹ ਨਹੀਂ ਵੀ ਦਾਸ ਕਰਦਾ ਆ, ਆਪਾਂ ਸਾਰੇ ਰਲ ਕੇ ਕਰ ਰਹੇ ਹਾਂ। ਜਿਹੜੇ ਗੁਰਮੁਖ ਕਈ 1 ਸਾਲ ਤੋਂ ਤਕਰੀਬਨ ਦਾਸ ਨਾਲ ਜੁੜੇ ਆ, ਗੁਰਬਾਣੀ ਨਾਲ ਜੁੜੇ ਆ, ਦੇਖੋ ਆਪਾਂ ਜਿੱਥੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਆ ਨਾ, ਨਾਮ ਬਾਰੇ ਹੀ ਗੱਲ ਆਖੀ ਵੀ ਨਾਮ ਤੋਂ ਬਗੈਰ ਨਹੀਂ ਸੁਖ ਮਿਲਣਾ, ਜੋ ਮਰਜ਼ੀ ਕਰ ਲਓ। ਮਹਾਰਾਜ ਕਹਿੰਦੇ ਨਾਮ ਵਿਸਾਰ ਕਹਾਂ ਸੁਖ ਪਾਵੇ। ਕਹਿੰਦੇ ਨਾਮ ਨੂੰ ਤੇ ਭੁੱਲ ਗਏ ਤੇ ਸੁਖ ਕਿੱਥੋਂ ਲੱਭਦੇ ਹੋ? ਫਿਰ ਬਾਹਰਲਾ ਸੁਖ ਲੱਭੀ ਜਾਂਦੇ ਹੋ ਨਾ, ਕਿ ਜੇ ਮੈਂ ਬਾਣੀ ਪੜ੍ਹ ਦੂੰ ਤੇ ਮੇਰੇ ਘਰ ਦੇ ਵਿੱਚ ਧਨ ਦੌਲਤ ਆ ਜੂਗੀ, ਕਦੀ ਪੈਸਾ ਨਾ ਖਤਮ ਹੋਊਗਾ, ਮੇਰੇ ਕੋਲ ਕਦੀ ਗਰੀਬੀ ਨਹੀਂ ਆਊਗੀ, ਮੈਨੂੰ ਕਦੀ ਦੁੱਖ ਨਾ ਆਊਗਾ। ਤੇ ਜਦੋਂ ਤੁਸੀਂ ਬਾਣੀ ਪੜ੍ਹੋਗੇ ਨਾ ਸਤਿਗੁਰਾਂ ਦੀ, ਤੇ ਜਿੰਨੇ ਭਗਤ ਹੋਏ ਆ ਬੜੇ ਗਰੀਬ ਹੋਏ ਆ। ਇੱਥੋਂ ਤੱਕ ਕਿ ਭਗਤਾਂ ਨੂੰ ਉਸ ਸਮੇਂ ਦੀਆਂ ਹਕੂਮਤਾਂ ਨੇ ਕਿੰਨੀਆਂ ਸਜ਼ਾਵਾਂ ਦਿੱਤੀਆਂ ਵਾ, ਦੁੱਖ ਭੋਗਣੇ ਪਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਪਹਿਲੋਂ ਭਗਤ ਆਏ ਆ। ਦੇਖੋ ਹੁਣ ਭਗਤ ਪ੍ਰਹਿਲਾਦ ਜੀ ਸੀ,
ਕਿੰਨਾ ਉਹਨਾਂ ਨੂੰ ਸਰੀਰਕ ਦੁੱਖ ਭੋਗਣਾ ਪਿਆ। ਹੁਣ ਬਾਬਾ ਕਬੀਰ ਜੀ ਸੀ, ਭਗਤ ਨਾਮਦੇਵ ਜੀ ਨੂੰ ਹਾਥੀ ਅੱਗੇ ਸੁੱਟਿਆ ਗਿਆ, ਬਾਬਾ ਕਬੀਰ ਜੀ ਨੂੰ ਦੇਖੋ ਪਾਣੀ ਜਲ ਦੇ ਵਿੱਚ ਸੁੱਟਿਆ ਗਿਆ, ਉਹਨਾਂ ਨੂੰ ਵੀ ਦੁੱਖ ਮਿਲੇ ਆ ਨਾ। ਪਰ ਸਾਨੂੰ ਗਿਆਨ ਨਹੀਂ, ਅਸੀਂ ਫਿਰ ਵੀ ਸਰੀਰ ਦਾ ਸੁੱਖ ਮੰਗੀ ਜਾਂਦੇ ਵੀ ਸਾਨੂੰ ਕਦੀ ਰੋਗ ਨਾ ਲੱਗੇ, ਬਿਮਾਰੀ ਨਾ ਆਵੇ। ਹਾਏ ਜੇ ਲੱਗ ਗਈ ਆ ਤੇ ਦਵਾਈ ਨਾ ਲਈਏ, ਗੁਰਬਾਣੀ ਦੀ ਹੀ ਕਮਾਈ ਬਦਲੇ ਅਸੀਂ ਸਰੀਰ ਨੂੰ ਠੀਕ ਕਰ ਲਈਏ। ਤੇ ਮਹਾਰਾਜ ਕਹਿੰਦੇ ਗੁਰੂ ਨੇ ਤਾਂ ਤੁਹਾਨੂੰ ਗਿਆਨ ਦੇਣਾ ਸੀ ਕਿ ਮਨ ਤੇ ਤਨ ਦਾ ਰੋਗ ਕਿਹੜੀ ਚੀਜ਼ ਖਤਮ ਕਰਦੀ ਆ, ਕਿਹੜੀ ਐਂਟੀਬਾਇਓਟਿਕ ਦਵਾਈ ਆ ਜਿੰਨੇ ਮਨ ਦਾ ਤੇ ਖਤਮ ਕਰਨਾ ਹੀ ਕਰਨਾ, ਉਹ ਤਨ ਦਾ ਵੀ ਖਤਮ ਕਰੂਗੀ। ਤੇ ਜੇ ਉਹ ਦਵਾਈ ਇਕੱਲੇ ਤਨ ਦੇ ਰੋਗ ਵਾਸਤੇ ਆਪਾਂ ਇਸਤੇਮਾਲ ਕੀਤੀ ਤੇ ਮਨ ਦਾ ਰੋਗ ਫਿਰ ਕਿਵੇਂ ਠੀਕ ਹੋਊਗਾ? ਕਿਉਂਕਿ ਮਨ ਰੋਗ ਤਾਂ ਮਨ ਨੂੰ ਲੱਗਦਾ ਆ। ਕਿਵੇਂ ਮਨ ਨੂੰ ਲੱਗਦਾ ਆ? ਇੱਕ ਵਾਰ ਮੰਨ ਲਓ ਸਾਡੇ ਹੱਥ ਤੇ ਸੱਟ ਲੱਗ ਜਾਂਦੀ ਆ, ਸਾਡਾ ਧਿਆਨ ਇਸ ਉਂਗਲੀ ਵੱਲ ਆ ਵੀ ਹਾਏ ਮੈਨੂੰ ਬਹੁਤ ਪੀੜ ਹੋ ਰਹੀ ਆ। ਸਾਡੇ ਸਾਹਮਣੇ ਕੋਈ ਬਹੁਤ ਵੱਡਾ ਹੈਪਨ ਹੋ ਜਾਂਦਾ ਤੇ ਅਸੀਂ ਧਿਆਨ ਉਧਰ ਚਲ ਜਾਂਦਾ, ਉਹਨਾਂ ਨੂੰ ਫੜੋ, ਉਹਨਾਂ ਨੂੰ ਬਚਾਓ। ਜਿੰਨਾ ਚਿਰ ਧਿਆਨ ਮਨ ਦਾ ਸਰੀਰ ਚੋਂ ਹਟ ਕੇ ਉਹਨਾਂ ਵੱਲ ਗਿਆ ਸੀ, ਉਹਨਾਂ ਚਿਰ ਪੀੜ ਕਿਉਂ ਨਹੀਂ ਹੋਈ? ਕਿਉਂਕਿ ਮਹਿਸੂਸ ਕੌਣ ਕਰਦਾ? ਮਨ, ਜਿਹੜਾ ਅੰਦਰ ਬੈਠਾ ਆ। ਕਿਵੇਂ? ਅੰਤ ਵੇਲੇ ਜਦੋਂ ਇਹ ਮਨ ਸਰੀਰ ਚੋਂ ਨਿਕਲਦਾ, ਸਰੀਰ ਨੂੰ ਤਾਂ ਅੱਗ ਵੀ ਲਾਈ ਜਾਂਦੀ ਆ, ਕੁਛ ਨਹੀਂ ਹੁੰਦਾ ਸਰੀਰ ਨੂੰ। ਕਿਉਂ ਨਹੀਂ ਕੁਛ ਹੁੰਦਾ? ਕਿਉਂਕਿ ਜਿਹੜੀ ਚੀਜ਼ ਮਹਿਸੂਸ ਕਰਦੀ ਮਨ, ਉਹ ਤੇ ਬਾਹਰ ਨਿਕਲ ਜਾਂਦਾ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਕਿੱਥੇ ਸਮਾਉਂਦਾ ਜਾ ਕੇ ਮਨ? ਕਿੱਥੇ ਚਲਾ ਜਾਂਦਾ ਮਨ ਸਰੀਰ ਚੋਂ ਨਿਕਲ ਕੇ? ਇਹਦਾ ਮਤਲਬ ਜਿਹੜੀ ਚੀਜ਼ ਦੁੱਖ ਮਹਿਸੂਸ ਕਰਦੀ ਆ, ਰੋਗ ਮਹਿਸੂਸ ਕਰਦੀ ਆ, ਉਹਦੀ ਦਵਾਈ ਅਸੀਂ ਲਈ ਨਹੀਂ, ਸਰੀਰ ਦੀ ਦਵਾਈ ਲੈ ਲਈ ਆ, ਕਿਉਂਕਿ ਗਿਆਨ ਨਹੀਂ। ਫਿਰ ਗੱਲ ਹੋਈ ਵੀ ਅੰਤ ਸਮੇਂ ਜਦੋਂ ਸਰੀਰ ਨੂੰ ਅਗਨ ਭੇਟ ਕੀਤਾ ਜਾਂਦਾ, ਜਿਹੜੀ ਚੀਜ਼ ਦੁੱਖ ਮਹਿਸੂਸ ਕਰਦੀ ਸੀ ਉਹ ਤਾਂ ਸਰੀਰ ਚੋਂ ਬਾਹਰ ਨਿਕਲ ਗਈ, ਉਹਦਾ ਭੇਤ ਨਹੀਂ। ਤਾਂ ਹੀ ਮਾਰੇ ਕਹਿੰਦੇ ਆ, ਜਦੋਂ ਨਾਮ ਸਿਮਰਨ ਜਪੋਗੇ, ਗੁਰਮੰਤਰ ਦ੍ਰਿੜ ਕਰੋਗੇ, ਸਤਿਗੁਰ ਦੇ ਸ਼ਬਦ ਤੱਕ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਗੁਰੂ ਸਤਿਗੁਰੂ ਸਾਨੂੰ ਉਹ ਸ਼ਬਦ ਨਾਲ ਜੋੜੇਗਾ, ਫਿਰ ਉਦੋਂ ਨਾ ਤੇ ਮਨ ਨੂੰ ਕੋਈ ਦੁੱਖ ਮਹਿਸੂਸ ਹੋਏਗਾ, ਨਾ ਤਨ ਨੂੰ ਦੁੱਖ ਮਹਿਸੂਸ ਹੋਏਗਾ। ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਤਾਂ ਹੀ ਸਮਝਾਉਂਦੇ, ਕਹਿੰਦੇ ਨਾਮ ਵਿਸਾਰ ਕਹਾਂ ਸੁਖ ਪਾਵੈ। ਤੇ ਮਾਰੇ ਕਹਿੰਦੇ ਤ੍ਰਹਿ ਗੁਣ ਅੰਤਰ ਖਪੇ ਖਪਾਵੇ, ਨਾਹੀ ਪਾਰ ਉਤਾਰਾ ਹੈ। ਤ੍ਰੈ ਗੁਣ ਜਿਹੜੇ ਆਪਾਂ ਅੱਗੇ ਵੀ ਪੜ੍ਹਦੇ ਆਂ ਵੀ ਜਿਹੜਾ ਸਾਡਾ ਸਰੀਰ ਆ, ਇਹ ਤ੍ਰੈ ਗੁਣਾਂ ਦਾ ਬੱਧਾ ਹੋਇਆ ਆ। ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹ ਕੀ ਆ? ਇਹ ਮਾਇਆ। ਰਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਹ ਮਾਇਆ। ਤਾਂ ਹੀ ਤੁਮਾਰੇ ਕਹਿੰਦੇ ਆ, ਜਹਾਂ ਦੇਖੋ ਤਹ ਰਵ ਰਹਿਆ, ਸ਼ਿਵ ਸ਼ਕਤੀ ਕਾ ਮੇਲ। ਤ੍ਰੈ ਗੁਣ ਬੱਧੀ ਦੇਹੋਰੀ, ਇਹ ਦੇਹੀ ਸਰੀਰ, ਤ੍ਰੈ ਗੁਣ ਬੱਧੀ ਦੇਹੋਰੀ, ਜੋ ਆਇਆ ਜਗ ਸੋ ਖੇਲ। ਜਿਹੜਾ ਸੰਸਾਰ 'ਚ ਆਇਆ ਉਹਨੂੰ ਇਹ ਖੇਲ ਖੇਲਣਾ ਪਏਗਾ। ਪਰ ਜਿਹੜਾ ਸੱਚੀ ਸੰਗਤ ਵਿੱਚ ਆ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੱਤ ਲੈ ਕੇ ਇਸ ਖੇਲ ਨੂੰ ਸਮਝ ਗਿਆ, ਉਹ ਤਾਂ ਜਿੱਤ ਜੂਗਾ। ਤੇ ਜਿਹੜਾ ਨਾ ਸਮਝਿਆ, ਉਹ ਮਾਰੇ ਕਹਿੰਦੇ ਹਾਰ ਜੂਗਾ। ਤਾਂ ਹੀ ਮਾਰੇ ਕਹਿੰਦੇ ਜਿਹੜਾ ਮਨਮੁਖ ਜੀਵ ਆ, ਨਾਮ ਨੂੰ ਭੁਲਾ ਕੇ ਦੁੱਖ ਪਾਉਂਦਾ। ਕਿਉਂ? ਕਿਉਂਕਿ ਮਾਰੇ ਕਹਿੰਦੇ ਉਹ ਖਪੀ ਜਾਂਦਾ ਤ੍ਰੈ ਗੁਣਾਂ ਦੇ ਅੰਦਰ, ਦੁਖੀ ਹੋਈ ਜਾਂਦਾ। ਭਾਵੇਂ ਪੈਸਾ ਧਨ ਦੌਲਤ ਬਹੁਤ ਕਮਾਉਂਦਾ ਆ, ਪਰ ਕਿਸੇ ਨਾ ਕਿਸੇ ਗੱਲ ਦੀ ਉਹਦੇ ਅੰਦਰ ਚਿੰਤਾ ਫਿਕਰ ਦਾ ਦੁੱਖ ਹੀ ਰਹਿੰਦਾ, ਤਾਂ ਵੀ ਰਹਿੰਦਾ ਕਿਸੇ ਨਾ ਕਿਸੇ ਪਾਸੇ। ਤਾਂ ਹੀ ਮਾਰੇ ਕਹਿੰਦੇ ਤ੍ਰਹਿ ਗੁਣ ਅੰਤਰ ਖਪੇ ਖਪਾਵੇ, ਨਾਹੀ ਪਾਰ ਉਤਾਰਾ ਹੈ। ਕਹਿੰਦੇ ਉਹ ਪਾਰ ਨਹੀਂ ਜਾ ਸਕਦਾ। ਪਾਰ ਕਿੱਥੇ? ਇਹਨਾਂ ਤ੍ਰੈ ਗੁਣਾਂ ਤੋਂ ਪਾਰ ਹੋ ਹੀ ਨਹੀਂ ਸਕਦਾ। ਤ੍ਰੈ ਗੁਣਾਂ ਵਿੱਚ ਹੀ ਇੱਥੇ ਆਪਣਾ ਜੀਵਨ ਕੀਮਤੀ ਸਵਾਸ ਖਰਚ ਕਰਕੇ, ਇੰਨਾ ਧਨ ਕੀਮਤੀ, ਇੰਨਾ ਹੀਰੇ ਵਰਗਾ ਸਰੀਰ ਕੀਮਤੀ ਜਨਮ ਗਵਾ ਕੇ ਚਲਾ ਜਾਂਦਾ ਇੱਥੋਂ ਸੰਸਾਰ ਚੋਂ, ਕਿਉਂਕਿ ਗਿਆਨ ਨਹੀਂ ਲਿਆ। ਸਤਿਗੁਰੂ ਮਾਰੇ ਤਾਈਓ ਸਮਝਾਉਂਦੇ, ਮਾਰੇ ਕਹਿੰਦੇ ਕੂਕਰ ਸੂਕਰ ਕਹੀਐ ਕੁੜਿਆਰਾ, ਭੌਂਕ ਮਰੇ ਭਉ 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 ਹਾਰਾ। ਕੁੱਤੇ ਦੀ ਗੱਲ ਕੀਤੀ, ਕੂਕਰ ਕਹਿੰਦੇ ਆ ਕੂਕਰ ਨੂੰ। ਮਾਰੇ ਕਹਿੰਦੇ ਆ ਜਿਵੇਂ ਉਹ ਭੌਂਕਦਾ ਭੌਂਕਦਾ ਹਾਰ ਕੇ ਫਿਰ ਚੁੱਪ ਕਰ ਜਾਂਦਾ ਆ। ਕੂਕਰ ਸੂਕਰ ਕਹੀਐ ਕੁੜਿਆਰਾ, ਆਪਾਂ ਨੂੰ ਕੀ ਕਹਿੰਦੇ ਆ ਭਈ? ਕੁੱਤਾ। ਤੇ ਕੁੱਤੇ ਦੀ ਆਪਾਂ ਕੋਈ ਕੀਮਤ ਨਹੀਂ ਸਮਝਦੇ। ਖੈਰ ਕੋਈ ਪਾਲਤੂ ਕੁੱਤੇ ਰੱਖਦੇ ਘਰਾਂ ਵਿੱਚ, ਪਰ ਮਹਾਰਾਜ ਜੋ ਗੁਰਬਾਣੀ 'ਚ ਗਿਆਨ ਦੇ ਰਹੇ ਇੱਥੇ ਮਨ ਨੂੰ ਸਮਝਾ ਰਹੇ ਆ। ਮਨਮੁਖਾਂ ਦਾ ਜੀਵ ਜਿਹੜਾ ਮਨ ਆ, ਮਹਾਰਾਜ ਕਹਿੰਦੇ ਕੂਕਰ ਸੂਕਰ ਕਹੀਐ ਕੁੜਿਆਰਾ,
ਉਹ ਕੀ ਕਰਦੇ ਆ, ਜਿਹੜੇ ਕੂਕਰ, ਜਿਨ੍ਹਾਂ ਦਾ ਮਨ ਕੁੱਤਾ ਬਣ ਚੁੱਕਾ ਆ, ਨਾਮ ਤੋਂ ਬਗੈਰ, ਸਿਮਰਨ ਤੋਂ ਬਗੈਰ, ਬਾਣੀ ਤੋਂ ਬਗੈਰ, ਉਹ ਕੀ ਆ, ਉਹ ਦੁਨੀਆ ਵਿੱਚ ਤੁਹਾਡੇ ਨਾਲ ਈਰਖਾ ਦੁਬਦਾ ਦੇ ਇਦਾਂ ਬੋਲੀ ਜਾਣਗੇ ਵੀ ਜਿਵੇਂ ਕੁੱਤਾ ਭੌਂਕੀ ਜਾਵੇ ਬਿਨਾਂ ਮਤਲਬ ਤੋਂ। ਤੁਸੀਂ ਨਾ ਵੀ ਕੁਛ ਕਹੋ ਨਾ, ਕੁੱਤੇ ਦੇ ਕਿਸੇ ਦੇ ਲਾਗੋਂ ਦੀ ਲੰਘ ਜਾਓ, ਜਿਹੜਾ ਮੂਰਖ ਕੁੱਤਾ ਹੁੰਦਾ, ਜਿਹਨੂੰ ਗਿਆਨ ਨਹੀਂ, ਜਿਹਨੂੰ ਤੇ ਮਾਲਕ ਨੇ ਰੱਖ ਲਿਆ, ਉਹਨੂੰ ਤੇ ਉਹ ਗਿਆਨ ਸਿਖਾ ਦਿੰਦਾ ਭਾਈ ਕਿੱਦਾਂ ਭੌਂਕਣਾ, ਕਿਹਦੇ ਤੇ ਭੌਂਕਣਾ, ਕਿਹਦੇ ਤੇ ਨਹੀਂ ਭੌਂਕਣਾ, ਕਿਸੇ ਨੂੰ ਵੱਢਣਾ ਜਾਂ ਨਹੀਂ ਵੱਢਣਾ, ਕਿਉਂਕਿ ਉਹ ਮਾਲਕ ਦੀ ਨਜ਼ਰ ਵਿੱਚ ਆ ਗਿਆ। ਹੁਣ ਇੱਥੇ ਮਨ ਕੁੱਤਾ ਜਿਹੜਾ ਅਕਾਲ ਪੁਰਖ ਦੀ ਨਜ਼ਰ ਵਿੱਚ ਨਹੀਂ ਆਇਆ, ਉਹ ਸੰਸਾਰ ਦੇ ਜੀਵਾਂ ਦੇ ਨਾਲ ਊਲ ਜਲੂਲ ਬੋਲੀ ਜਾਂਦਾ, ਈਰਖਾ ਵੈਰ ਵਿਰੋਧ ਬੋਲੀ ਜਾਂਦਾ ਆਪਣੀ ਰਸਨਾ ਦੇ ਨਾਲ। ਮਾਰੇ ਕਹਿੰਦੇ ਕੂਕਰ ਸ਼ੁਕਰ ਕਹੀਐ ਕੁੜਿਆਰਾ, ਕਹਿੰਦੇ ਆਪਣੇ ਮੂੰਹ ਚੋਂ ਕੂੜ ਦੀਆਂ ਗੱਲਾਂ ਬੋਲੀ ਜਾਂਦਾ। ਉਹ ਕਦੀ ਗੁਰਬਾਣੀ ਦੀ, ਮਾਲਕ ਦੇ ਮਲਾਪ ਦੀ ਗੱਲ ਨਹੀਂ ਬੋਲੂਗਾ, ਭਾਵੇਂ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆਪਣੇ ਲਾਗੇ ਹੀ ਕਿਉਂ ਨਾ ਰੱਖਿਆ ਹੋਵੇ, ਉਹਨੇ ਦੁਨੀਆ ਦੀਆਂ ਈਰਖਾ ਨਫ਼ਰਤ ਦੀਆਂ ਗੱਲਾਂ ਤੁਹਾਨੂੰ ਸੁਣਾਈ ਜਾਣੀਆਂ। ਮਾਰੇ ਕਹਿੰਦੇ ਕੂੜ ਬੋਲਦਾ, ਜਿਵੇਂ ਕੁੱਤਾ ਭੌਂ ਭੌਂ ਕਰਦਾ ਨਾ, ਮਾਰੇ ਕਹਿੰਦੇ ਕੂਕਰ ਸ਼ੂਕਰ ਕਹੀਐ ਕੁੜਿਆਰਾ, ਭੌਂਕ ਮਰੇ ਭਊ 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 ਹਾਰਾ। ਕੁੱਤਾ ਭਊ ਭਊ ਕਰਦਾ ਨਾ, ਕਹਿੰਦੇ ਜਿਵੇਂ ਫਿਰ ਉਹ ਹਾਰ ਜਾਂਦਾ, ਅੱਕ ਕੇ ਚੁੱਪ ਕਰਕੇ ਬਹਿ ਜਾਂਦਾ, ਭੌਂਕੀ ਜਾਂਦਾ, ਜਿਵੇਂ ਆਪਾਂ ਵੀ ਕਹਿੰਦੇ ਆ ਵੀ ਚੱਲ ਭੌਂਕੀ ਜਾ, ਕੁਛ ਨਹੀਂ ਹੁੰਦਾ। ਇਸੇ ਤਰ੍ਹਾਂ ਉਹ ਜੀਵ ਜਿਹੜਾ ਆ ਭੌਂਕ ਭੌਂਕ ਕੇ ਫਿਰ ਹਾਰ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਕਿਉਂਕਿ ਉਹਨਾਂ ਦਾ ਮਨ ਤੇ ਤਨ ਵੀ ਜਿਹੜਾ ਨਾ, ਉਹ ਝੂਠ ਦੀ ਕੂੜ ਦੀ ਕਮਾਈ ਕਰਦਾ ਆ, ਤੇ ਉਹ ਗੁਰੂ ਦੀ ਮੱਤ ਨਹੀਂ, ਉਹਨਾਂ ਨੇ ਦੂਜੀ ਮੱਤ ਲਈ ਹੁੰਦੀ ਆ। ਤੇ ਫਿਰ ਕੀ ਹੁੰਦਾ ਆ, ਮਹਾਰਾਜ ਕਹਿੰਦੇ ਅੰਤ ਸਮੇਂ ਦਰਗਾਹ ਦੇ ਵਿੱਚ ਉਹ ਹਾਰ ਜਾਂਦੇ ਆ। ਮਹਾਰਾਜ ਕਹਿੰਦੇ ਗੁਰਬਾਣੀ ਵਿੱਚ, ਕਹਿੰਦੇ ਮਨ ਤਨ ਝੂਠੇ ਕੂੜ ਕਮਾਵੇ, ਦੁਰਮਤ ਦਰਗਹਿ ਹਾਰਾ ਹੈ। ਮਹਾਰਾਜ ਕਹਿੰਦੇ ਮਨੋਂ ਵੀ ਝੂਠ ਬੋਲੀ ਜਾਂਦੇ ਆ, ਤਨ ਤੋਂ ਝੂਠ ਬੋਲੀ ਜਾਂਦੇ ਆ, ਕਿਉਂਕਿ ਉਹ ਲੋਕਾਂ ਨੂੰ ਸੰਸਾਰ ਦੀਆਂ, ਦੁਨੀਆ ਦੀਆਂ ਗੱਲਾਂ ਸੁਣਾਈ ਜਾਂਦੇ ਆ, ਦੁਨੀਆ ਦੇ ਨਾਲ ਈਰਖਾ ਵੈਰ ਵਿਰੋਧ ਦੀਆਂ ਗੱਲਾਂ ਸੁਣਾਉਂਦੇ, ਅਕਾਲ ਪੁਰਖ ਦੀ ਬੰਦਗੀ ਦੀ ਗੱਲ ਨਹੀਂ ਸੁਣਾਉਂਦੇ। ਮਹਾਰਾਜ ਕਹਿੰਦੇ ਮਨ ਉਹਨਾਂ ਦਾ ਆਪ ਵੀ ਕੂੜ ਕਮਾਉਂਦਾ, ਤੇ ਅੰਤ ਸਮੇਂ ਆਪ ਵੀ ਦਰਗਾਹ ਵਿੱਚ ਹਾਰ ਜਾਂਦੇ ਨੇ। ਮਨ ਤਨ ਝੂਠੇ ਕੂੜ ਕਮਾਵੇ, ਦੁਰਮਤ ਦਰਗਹਿ ਹਾਰਾ ਹੈ। ਦੁਰਮਤ, ਦੁਰਮਤ ਮਤਲਬ ਦੂਜੀ ਮਤ, ਹੋਰ ਮਤ ਕਿਹੜੀ, ਮਾਇਆ ਦੀ ਮਤ। ਜੋ ਅੰਦਰ ਫੁਰਨੇ ਚੱਲ ਰਹੇ ਉਹੀ ਜ਼ੁਬਾਨ ਤੇ ਉਹਦੇ ਆਉਣਗੇ, ਜੋ ਉਹਦੇ ਅੰਦਰ ਚੱਲ ਰਿਹਾ ਆ। ਹੁਣ ਮਹਾਰਾਜ ਕਹਿੰਦੇ ਵੀ ਆਪਾਂ ਸਤਿਗੁਰੂ ਨੂੰ ਪੁੱਛੀਏ, ਜਿੰਨੇ ਜਾਣੇ ਆਪਾਂ ਬੈਠੇ ਆ, ਵੀ ਸਤਿਗੁਰੂ ਅਸੀਂ ਵੀ ਇਸ ਟਾਈਮ ਤੇ ਆਪਣੇ ਆਪ ਨੂੰ ਮਨਮੁਖ ਸਮਝ ਰਹੇ ਹਾਂ, ਪਰ ਤੁਸੀਂ ਕਿਰਪਾ ਕਰੋ, ਸਾਡੇ ਤੇ ਇਹ ਕਿਰਪਾ ਕਰੋ ਕਿ ਸਾਡਾ ਜਿਹੜਾ ਮਨ ਆ ਉਹ ਟਿਕਾਊ 'ਚ ਨਹੀਂ ਆਉਂਦਾ। ਭਾਵ ਕਿ ਬਾਣੀ ਪੜ੍ਹਦੇ ਮਨ ਟਿਕਦਾ ਨਹੀਂ, ਸਿਮਰਨ ਕਰਦੇ ਮਨ ਟਿਕਦਾ ਨਹੀਂ। ਤੇ ਮਹਾਰਾਜ ਕਹਿੰਦੇ ਐਸੇ ਗੁਰਮੁਖਾਂ ਦਾ ਸੰਗ ਤੇ ਐਸੇ ਸਤਿਗੁਰੂ ਦਾ ਸੰਗ ਕਰੋ, ਜਿਹਦੇ ਸੰਗ ਕਰਨ ਦੇ ਨਾਲ ਜੇ ਉਹ ਮਿਲ ਜਾਵੇ ਤੇ ਤੁਹਾਡਾ ਮਨ ਟਿਕ ਜਾਊਗਾ। ਸਤਿਗੁਰੂ ਮਿਲੇ ਤਾਂ ਮਨੁਆ ਟਿਕੈ, ਕਹਿੰਦੇ ਜੇ ਸਤਿਗੁਰੂ ਮਿਲ ਜਾਏ ਨਾ ਫਿਰ ਮਨ ਟਿਕ ਜਾਂਦਾ, ਫਿਰ ਡੋਲਦਾ ਨਹੀਂ ਮਨ, ਕਿਉਂਕਿ ਗੁਰੂ ਨੇ, ਸਤਿਗੁਰ ਨੇ ਜਾਂ ਉਸ ਗੁਰਮੁਖ ਨੇ ਸਾਨੂੰ ਗਿਆਨ ਹੀ ਇਦਾਂ ਦਾ ਦੇਣਾ ਵੀ ਮਨ ਨੂੰ ਰੋਕਣਾ ਕਿਵੇਂ ਆ, ਮਨ ਨੂੰ ਠਾਕਣਾ ਕਿਵੇਂ ਆ, ਮਨ ਨੂੰ ਟਿਕਾਉਣਾ ਕਿਵੇਂ ਆ। ਤੇ ਮਹਾਰਾਜ ਕਹਿੰਦੇ ਸਤਿਗੁਰੂ ਮਿਲੈ ਤਾਂ ਮਨੁਆ ਟਿਕੈ, ਕਿਵੇਂ, ਕਹਿੰਦੇ RAM ਨਾਮ ਦੇ ਸ਼ਰਨ ਪਰੇਕੈ। ਕਹਿੰਦੇ RAM ਦੇ ਨਾਮ ਵਿੱਚ ਆਪਣੀ ਸੁਰਤ ਦੀ ਸ਼ਰਨ ਲੈ ਜਾਓ, ਆਪਣੀ ਸੁਰਤ ਨੂੰ, ਆਪਣੇ ਮਨ ਨੂੰ ਅਕਾਲ ਪੁਰਖ ਦੇ ਨਾਮ ਦੇ ਵਿੱਚ ਸਮਾ ਜਾਓ, ਤੇ ਫਿਰ ਤੁਹਾਡਾ ਮਨ ਟਿਕਣਾ ਸ਼ੁਰੂ ਹੋ ਜਾਏਗਾ। ਕਿਵੇਂ, ਜਦੋਂ ਆਪਾਂ ਅਭਿਆਸ ਕਰਦੇ ਹਾਂ ਵਾਹਿਗੁਰੂ 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 ਵਾਹਿਗੁਰੂ। ਸੋ ਇਦਾਂ ਜਦੋਂ ਆਪਾਂ ਅਭਿਆਸ ਕਰਾਂਗੇ, ਆਪਣੀ ਆਵਾਜ਼ ਨੂੰ ਸੁਣ ਸੁਣ ਕੇ, ਨੇਤਰ ਬੰਦ ਕਰਕੇ, ਸਾਸ ਗਿਰਾਸ, ਜਦੋਂ ਮਨ ਸਾਡਾ ਨਾਮ ਨਾਲ ਜੁੜ ਗਿਆ, ਮਹਾਰਾਜ ਕਹਿੰਦੇ ਉਦੋਂ ਮਨ ਵੀ ਟਿਕ ਜਾਂਦਾ। ਸਤਿਗੁਰੂ ਮਿਲੈ ਤਾਂ ਮਨੁਆ ਟਿਕੈ, RAM ਨਾਮ ਦੇ ਸ਼ਰਨ ਪਰੇਕੈ। ਮਾਲਕ ਦੀ ਸ਼ਰਨ ਵਿੱਚ ਚਲੇ ਜਾਓ, ਮਹਾਰਾਜ ਕਹਿੰਦੇ ਫਿਰ ਉੱਥੇ ਕੀ ਹੋਊਗਾ,
ਮਹਾਰਾਜ ਕਹਿੰਦੇ ਉਸ ਹਰੀ ਦੇ ਨਾਮ ਦਾ ਅਨਮੋਲ ਧਨ ਆ ਜਿਹੜਾ, ਜਿਹਦਾ ਕੋਈ ਮੁੱਲ ਹੀ ਨਹੀਂ ਦੁਨੀਆ ਵਿੱਚ, ਸੰਸਾਰ ਵਿੱਚ ਕਿਤੇ ਵੀ। ਮਹਾਰਾਜ ਕਹਿੰਦੇ ਆ ਉਹ ਤੁਹਾਨੂੰ ਮਿਲ ਜਾਏਗਾ ਜਿਹਦਾ ਜਸ ਉਸ ਦਰਗਾਹ ਵਿੱਚ ਵੀ ਚੱਲ ਰਿਹਾ ਆ। ਮਹਾਰਾਜ ਕਹਿੰਦੇ ਹਰ ਧਨ ਨਾਮ ਅਮੋਲਕ ਦੇਵੈ, ਹਰ ਜਸ ਦਰਗਹਿ ਪਿਆਰਾ ਹੈ। ਮਹਾਰਾਜ ਕਹਿੰਦੇ ਆ ਉਹਨੂੰ ਦਰਗਾਹ ਦੇ ਵਿੱਚ ਸਤਿਕਾਰ ਤੇ ਪਿਆਰ ਮਿਲਦਾ ਐਸੇ ਗੁਰਮੁਖ ਨੂੰ, ਐਸੇ ਜੀਵ ਨੂੰ ਜਿਹੜਾ ਉਸ ਹਰੀ ਦੇ ਅਨਮੋਲੇ ਧਨ ਨਾਮ ਦੇ ਨਾਲ ਜੁੜ ਜਾਂਦਾ ਆ। ਹਰ ਧਨ ਨਾਮ ਅਮੋਲਕ ਦੇਵੈ, ਹਰ ਜਸ ਦਰਗਹਿ ਪਿਆਰਾ ਹੈ। ਇਹ ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਸਮਝਾ ਰਹੇ। ਹੁਣ ਜੇ ਆਪਾਂ ਪੁੱਛੀਏ ਵੀ ਸਤਿਗੁਰੂ ਇਹ ਮਾਲਕ ਦੇ ਨਾਮ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਸਾਨੂੰ ਕਿੱਥੇ ਜਾਣਾ ਪਊਗਾ? ਤੇ ਜਿਵੇਂ ਸੰਸਾਰ ਵਿੱਚ ਕਿਹਾ ਜਾਂਦਾ ਨਾ ਵੀ ਬਾਬੇ, ਸੰਤ, ਸਾਧੂ, ਇਹ ਵੋ, ਪਰ ਸਤਿਗੁਰੂ ਇੱਕ ਗੱਲ ਸਮਝਾ ਰਹੇ ਸਾਨੂੰ ਗੁਰਬਾਣੀ ਵਿੱਚ। ਮਹਾਰਾਜ ਕਹਿੰਦੇ ਜਿਹੜਾ ਸੱਚਾ ਸਾਧੂ ਆ ਨਾ, ਸੱਚਾ ਸੰਤ ਆ, ਤੁਹਾਨੂੰ ਉਹਨਾਂ ਦੀ ਸ਼ਰਨ ਵਿੱਚ ਜਾਣਾ ਪਊਗਾ, ਕਿਉਂਕਿ ਉਹ ਕੀ ਕਰਨਗੇ? ਉਹ ਤੁਹਾਨੂੰ ਮਾਲਕ ਦੇ ਨਾਮ ਦਾ ਭੇਤ ਦੇਣਗੇ। ਕਿਵੇਂ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੁਆਰਾ। ਨਾ ਕਿ ਆਪਣੀ ਮਰਜ਼ੀ ਨਾਲ ਕਿ ਮੇਰੇ ਨਾਲ ਜੁੜੋ, ਨਹੀਂ। ਉਹਨਾਂ ਕਹਿਣਾ ਵੀ ਸਤਿਗੁਰੂ ਕਹਿੰਦੇ ਆ ਵੀ ਨਾਮ ਕਿਵੇਂ ਪ੍ਰਾਪਤ ਹੋਊਗਾ। ਉਹ ਜੁਗਤੀ ਦੱਸਦੇ ਫਿਰ ਗੁਰਬਾਣੀ ਦੀ, ਕਿਉਂਕਿ ਉਹਨਾਂ ਗੁਰਬਾਣੀ ਨੂੰ ਕਮਾਇਆ ਹੁੰਦਾ। ਤਾਂ ਹੀ ਮਹਾਰਾਜ ਕਹਿੰਦੇ ਰਾਮ ਨਾਮ ਸਾਧੂ ਸ਼ਰਨਾਈ। ਕਹਿੰਦੇ ਪੂਰਨ ਸੰਤ ਆ। ਪੂਰਨ ਸੰਤ ਕੌਣ ਆ? ਜਿਨ੍ਹਾਂ ਸਾਸ ਗਿਰਾਸ ਨ ਬਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਦੋਂ ਐਸੇ ਸਾਧੂ ਦੀ, ਐਸੇ ਮਹਾਂਪੁਰਸ਼, ਐਸੇ ਗੁਰਮੁਖ ਦੀ ਮਹਾਰਾਜ ਕਹਿੰਦੇ ਤੁਸੀਂ ਸੰਗਤ ਵਿੱਚ ਜਾਓਗੇ। ਸ਼ਰਨ 'ਚ ਜਾਣ ਦਾ ਮਤਲਬ ਸੰਗਤ ਵਿੱਚ ਜਾਓਗੇ ਜਿੱਥੇ ਕੇਵਲ ਨਾਮ ਦੀ ਗੱਲ ਹੀ ਦੱਸੀ ਜਾਂਦੀ ਹੋਵੇ ਤੇ ਨਾਮ ਜਪਿਆ ਜਾਂਦਾ ਹੋਵੇ। ਕਿਉਂਕਿ ਆਪਾਂ ਸਤਿਗੁਰਾਂ ਨੂੰ ਗੁਰਬਾਣੀ ਦੁਆਰਾ ਇੱਕ ਸਵਾਲ ਪੁੱਛਦੇ ਆ ਨਾ ਕਿ ਸਤ ਸੰਗਤ ਕੈਸੀ ਜਾਣੀਐ ਵਾਹਿਗੁਰੂ, ਕਿੱਦਾਂ ਦੀ ਸੱਚੀ ਸੰਗਤ ਹੁੰਦੀ ਹੈ ਸਾਨੂੰ ਦੱਸੋ। ਫਿਰ ਉਹਨਾਂ ਜਵਾਬ ਦਿੱਤਾ, ਕਹਿੰਦੇ ਜਿੱਥੇ ਏਕੋ ਨਾਮ ਵਖਾਣੀਐ। ਕਹਿੰਦੇ ਜਿੱਥੇ ਨਾਮ ਦਾ ਵਖਿਆਨ ਕੀਤਾ ਜਾਂਦਾ ਹੋਵੇ, ਨਾਮ ਦਾ ਭੇਤ ਦੱਸਿਆ ਜਾਂਦਾ ਹੋਵੇ, ਤੇ ਜਿੱਥੇ ਨਾਮ ਜਪਿਆ ਜਾਂਦਾ ਹੋਵੇ, ਉਹ ਆ ਸੱਚੀ ਸੰਗਤ। ਤੇ ਮਹਾਰਾਜ ਕਹਿੰਦੇ ਫਿਰ ਉਹ ਐਸੇ ਗੁਰਮੁਖ, ਐਸੇ ਸਾਧੂ ਦੀ ਸ਼ਰਨ ਵਿੱਚ ਜਾ ਕੇ ਸਾਨੂੰ ਰਾਮ ਦੇ ਨਾਮ ਦਾ ਪਤਾ ਲੱਗਦਾ ਵੀ ਉਹਦਾ ਨਾਮ ਕੀ ਆ, ਅੰਦਰੋਂ ਕਿਵੇਂ ਸਾਡੇ ਚੱਲ ਰਿਹਾ, ਕਿਵੇਂ ਖੰਡਾਂ ਬ੍ਰਹਿਮੰਡਾਂ ਵਿੱਚ ਚੱਲ ਰਿਹਾ, ਕਿਵੇਂ ਉਸ ਮਨ ਨੂੰ ਆਪਾਂ ਨਾਮ ਤੱਕ ਲੈ ਕੇ ਪਹੁੰਚ ਸਕਦੇ ਹਾਂ, ਸ਼ਬਦ ਨੂੰ ਸੁਣ ਸਕਦੇ ਹਾਂ ਆਪਣੀ ਸੁਰਤ ਦੇ ਨਾਲ। ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਮਾਰੇ ਕਹਿੰਦੇ ਸੀ ਨਾ, ਜਦੋਂ ਸਿੱਧਾ ਨੇ ਸਵਾਲ ਪੁੱਛਿਆ ਸੀ ਕੌਣ ਗੁਰੂ ਕਿਸ ਕਾ ਤੂੰ ਚੇਲਾ, ਕਿ ਤੁਹਾਡਾ ਗੁਰੂ ਕੌਣ ਆ ਤੇ ਚੇਲਾ ਤੁਸੀਂ ਕਿਹਦੇ ਚੇਲੇ ਹੋ? ਉਹਨਾਂ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਿਹੜਾ ਅੰਦਰ ਚੱਲ ਰਿਹਾ, ਖੰਡਾਂ ਬ੍ਰਹਿਮੰਡਾਂ 'ਚ ਚੱਲ ਰਿਹਾ, ਉਹ ਸ਼ਬਦ ਮੇਰਾ ਗੁਰੂ ਆ, ਮੇਰੀ ਸੁਰਤ ਉਹਦਾ ਚੇਲਾ। ਸੁਣ ਸੁਣ ਕੇ ਇਸ ਅਵਸਥਾ ਤੱਕ ਪਹੁੰਚੀ ਆ। ਤੇ ਮਹਾਰਾਜ ਸਾਨੂੰ ਵੀ ਗਿਆਨ ਦਿੰਦੇ ਆ ਕਿ ਆਪਾਂ ਐਸੇ ਗੁਰਮੁਖਾਂ ਦੀ ਸੰਗਤ ਵਿੱਚ ਜਾਣਾ। ਰਾਮ ਨਾਮ ਸਾਧੂ ਸਰਣਾਈ, ਸਤਿਗੁਰ ਬਚਨੀ ਗਤ ਮਿਤ ਪਾਈ। ਕਿਉਂਕਿ ਗਤੀ 84 ਲੱਖ ਜੂਨ ਦੀ, ਮਿਤ ਦਾ ਭਾਵ ਮਿੱਤਰਤਾ ਨਾਮ ਦੇ ਨਾਲ ਕਿਵੇਂ ਪੈਂਦੀ ਆ? ਮਹਾਰਾਜ ਕਹਿੰਦੇ ਜਦੋਂ ਆਪਾਂ ਸਤਿਗੁਰ ਦੇ ਬਚਨ ਸੁਣਦੇ ਹਾਂ ਬੜੇ ਧਿਆਨ ਦੇ ਨਾਲ, ਸਾਰੀ ਆਪਾਂ ਜੋ ਵੀ ਸਤਿਗੁਰ ਦੀ ਬਾਣੀ ਦੁਆਰਾ ਸਮਝਾਇਆ ਜਾਂਦਾ ਸੁਣਦੇ ਹਾਂ, ਫਿਰ ਸਾਡੀ ਜਿਹੜੀ ਆ ਗਤੀ ਹੁੰਦੀ ਆ ਤੇ ਮਿੱਤਰਤਾ ਜਿਹੜੀ ਆ ਸਾਡੀ ਨਾਮ ਦੇ ਨਾਲ ਪੈ ਜਾਂਦੀ ਆ। ਕਿਉਂਕਿ ਸਤਿਗੁਰ ਵੀ ਸਮਝਾਉਂਦੇ ਆ ਨਾ, ਨਾਨਕ ਹਰ ਜਪ ਹਰ ਮਨ ਮੇਰੇ, ਹਰ ਮੇਲੇ ਮੇਲਣ ਹਾਰਾ ਹੈ। ਕਹਿੰਦੇ ਪਰ ਤੁਹਾਨੂੰ ਹਰੀ ਦਾ ਨਾਮ ਤੇ ਜਪਣਾ ਹੀ ਪਊਗਾ। ਇੱਦਾਂ ਨਹੀਂ ਵੀ ਕਿਸੇ ਗੁਰਮੁਖ ਦਾ ਸੰਗ ਕਰ ਲਿਆ, ਸੰਗਤ ਵਿੱਚ ਚਲੇ ਗਏ ਤੇ ਬਸ ਜੀ ਚੱਲ ਗਏ ਤੇ ਆ ਗਏ, ਚੱਲ ਗਏ ਆ ਗਏ। ਉੱਥੇ ਬਹਿ ਕੇ ਗੁਰਬਾਣੀ ਦੀ ਕਮਾਈ ਨਹੀਂ ਕੀਤੀ, ਉੱਥੇ ਬਹਿ ਕੇ ਆਪਾਂ ਨਾਮ ਦੀ ਕਮਾਈ ਨਹੀਂ ਕੀਤੀ। ਤੇ ਮਹਾਰਾਜ ਕਹਿੰਦੇ ਇੱਦਾਂ ਤੇ ਨਿਰੰਕਾਰ ਦਾ ਮਿਲਾਪ ਨਹੀਂ ਹੋ ਸਕਦਾ ਨਾ। ਮਾਲਕ ਦਾ ਮਿਲਾਪ ਤਾਂ ਹੀ ਹੋਊਗਾ ਜੋ ਗੁਰਮੁਖ ਉਪਦੇਸ਼ ਗੁਰਬਾਣੀ ਦੁਆਰਾ ਸਾਨੂੰ ਮਾਰਗ ਸਮਝਾ ਰਹੇ ਆ। ਜਦੋਂ ਆਪਾਂ ਉਹਨੂੰ ਸਮਝ ਕੇ, ਕਿਉਂਕਿ ਗੁਰਮੁਖ ਜਿਹੜਾ ਪੂਰਨ ਗੁਰਮੁਖ ਹੈ ਉਹ ਕੀ ਸਮਝਾਊਗਾ? ਕੇਵਲ ਨਾਮ ਦੀ ਗੱਲ ਕੇਵਲ ਸਮਝਾਊਗਾ ਨਹੀਂ, ਉਹ ਜਪੂਗਾ ਤੇ ਜਪਾਊਗਾ ਦੂਸਰਿਆਂ ਨੂੰ। ਤਾਂ ਹੀ ਤੇ ਮਹਾਰਾਜ ਕਹਿੰਦੇ ਨਾਨਕ ਹਰ ਜਪ ਹਰ ਮਨ ਮੇਰੇ, ਹਰ ਮੇਲੇ
ਮੇਲਣਹਾਰਾ ਹੈ। ਐ ਮਨਾ ਤੂੰ ਹਰੀ ਦਾ ਨਾਮ ਜਪ, ਉਹਦਾ ਸਿਮਰਨ ਕਰ। ਹੁਣ ਆਪਾਂ ਇਹ ਗਿਆਨ ਪੜ੍ਹ ਲਿਆ, ਫਿਰ ਉਹ ਗੱਲ ਆ ਗਈ ਵੀ ਗਿਆਨ ਨੂੰ ਕਮਾਇਆ ਹੀ ਨਹੀਂ, ਵੀ ਨਾਮ ਵੀ ਜਪਣਾ ਪੈਣਾ। ਪਰ ਨਾਮ ਅਸੀਂ ਜਪਦੇ ਨਹੀਂ, ਕਿਉਂਕਿ ਇਹ ਸੋਚਦੇ ਵੀ ਬਾਣੀ ਪੜ੍ਹਨੀ ਸੌਖੀ ਤੇ ਨਾਮ ਜਪਣਾ ਔਖਾ। ਉਹ ਤੇ ਸਾਡੇ ਮਨਾਂ ਦੀ ਹਾਲਤ ਹੋਣੇ ਆ। ਸਤਿਗੁਰ ਤਾਂ ਸਾਨੂੰ ਕਈ ਸੌ ਸਾਲ ਪਹਿਲਾਂ ਹੀ ਕਹਿ ਗਏ ਆ, ਆਖਣ ਔਖਾ ਸੱਚਾ ਨਾਮ। ਸੱਚ ਦਾ ਨਾਮ ਜਪਣਾ ਔਖਾ ਆ। ਪਰ ਜੇਕਰ ਇੱਕ ਵਾਰ ਇਹ ਤੁਸੀਂ ਔਖੇ ਹੋ ਕੇ ਜਪ ਲਿਆ, ਜੇ ਤੁਹਾਨੂੰ ਔਖਾ ਲੱਗਦਾ ਆ ਤੇ ਫਿਰ ਇੰਨਾ ਸੁਖੀ ਹੋ ਜਾਓਗੇ ਕਿ ਕਈ 84 ਲੱਖ ਜੂਨਾਂ ਦਾ ਜਿਹੜਾ ਤੁਸੀਂ ਪਹਿਲੋਂ ਗੇੜ ਖਾਂਦੇ ਰਹੇ ਹੋ ਨਾ, ਮਾਲਕ ਦਾ ਮਿਲਾਪ ਹੋ ਜਾਏਗਾ। ਤਾਂ ਹੀ ਕਹਿੰਦੇ ਨਾਨਕ ਹਰ ਜਪ ਹਰ ਮਨ ਮੇਰੇ, ਹਰ ਮੇਲੇ ਮਿਲਣਹਾਰਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿ ਰਹੇ ਸਾਨੂੰ। ਸਾਡੇ ਸਤਿਗੁਰੂ ਪਿਤਾ ਜਿਹੜੇ ਪਹਿਲੇ ਅਕਾਲ ਪੁਰਖ ਵਾਹਿਗੁਰੂ ਆਪ ਪਰਮਾਤਮਾ ਸੰਸਾਰ ਦੇ ਵਿੱਚ ਨਿਰਗੁਣ ਤੋਂ ਸਰਗੁਣ ਸਰੂਪ ਲੈ ਕੇ ਇਸ ਸੰਸਾਰ ਦੁਨੀਆ ਵਿੱਚ ਆਏ ਸੀ। ਹੁਣ ਸਤਿਗੁਰੂ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ, ਆਡੇ ਮਨ ਨੂੰ ਸਮਝਾ ਰਹੇ ਆ, ਆਪਣੇ ਮਨ ਨੂੰ। ਕਹਿੰਦੇ ਐ ਮਨਾ ਮੂਰਖਾ, ਐ ਨਿਆਣਿਆ, ਆਪਣੇ ਘਰ ਵਿੱਚ ਟਿਕਿਆ ਰਹਿ। ਜਦੋਂ ਬਾਣੀ ਪੜ੍ਹਦੇ ਮਨ ਨਹੀਂ ਟਿਕਦਾ, ਘਰ ਵਿੱਚ ਟਿਕਦਾ ਹੀ ਨਹੀਂ। ਸਿਮਰਨ ਕਰਦੇ ਘਰ ਵਿੱਚ ਟਿਕਦਾ ਨਹੀਂ। ਗੁਰੂ ਨਾਨਕ ਪਾਤਸ਼ਾਹ ਮਾਰੇ ਕਹਿੰਦੇ ਮਾਰੂ ਮਹੱਲਾ ਪਹਿਲਾ। ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਾਰੇ ਕਹਿ ਰਹੇ ਆ, ਘਰ ਰਹੋ ਰੇ ਮਨ ਮੁਗਧ ਇਆਣੇ। ਐ ਨਿਆਣੀ ਮੱਤ ਵਾਲਿਆ ਮਨਾ, ਐ ਮੂਰਖਾ, ਘਰ ਟਿਕਿਆ ਰਹਿ। ਤੇ ਇਸ ਘਰ ਵਿੱਚ ਟਿਕੇਗਾ ਤਾਂ ਹੀ ਤਾਂ ਉਸ ਘਰ ਵਿੱਚ ਜਾਏਗਾ। ਜੇ ਅਜੇ ਤੈਨੂੰ ਇਸ ਘਰ ਵਿੱਚ ਹੀ ਟਿਕਣਾ ਨਹੀਂ ਆਇਆ ਤੇ ਉਸ ਘਰ ਵਿੱਚ ਕਿਵੇਂ ਜਾਏਗਾ? ਘਰ ਰਹੋ ਰੇ ਮਨ ਮੁਗਧ ਇਆਨੇ। ਤੇ ਕੀ ਕਰੋ ਘਰ ਰਹਿ ਕੇ? ਕਹਿੰਦੇ ਪਹਿਲੋਂ ਤਾਂ ਸਿਮਰਨ ਕਰੋ ਪਰਮਾਤਮਾ ਦਾ, ਬੋਲ ਕੇ ਨਾਮ ਜਪੋ ਤੇ ਮੁੜ ਕੇ ਅੰਤਰਗਤ ਧਿਆਨ ਲਾਓ। ਜੋ ਗੁਰਮੁਖ ਸਮਝਾਉਂਦੇ, ਜਦੋਂ ਸੱਚੀ ਸੰਗਤ 'ਚ ਜਾਵਾਂਗੇ ਆਪਾਂ ਆਪਣੇ ਆਪ ਧਿਆਨ ਨਹੀਂ ਲਾਉਣਾ, ਕਿਉਂਕਿ ਪਰਮਾਤਮਾ ਦੇ ਨਾਮ ਜਪਣ ਵਿੱਚ ਵੀ ਮਹਾਰਾਜ ਕਹਿੰਦੇ ਰਾਮ ਕਹਿਣ ਮੇ ਭੇਦ ਹੈ। ਜਪਣ ਵਿੱਚ ਵੀ ਮਹਾਰਾਜ ਕਹਿੰਦੇ ਬਹੁਤ ਡੂੰਘਾ ਭੇਦ ਦਿੱਤਾ ਗੁਰਬਾਣੀ ਵਿੱਚ। ਤਾਂ ਹੀ ਕਹਿੰਦੇ ਰਾਮ ਜਪੋ ਅੰਤਰਗਤ ਧਿਆਨੇ। ਕਹਿੰਦੇ ਰਾਮ ਜਪੋ ਪਹਿਲੋਂ ਰਸਨਾ ਦੇ ਨਾਲ, ਤੇ ਮੁੜ ਕੇ ਫਿਰ ਜਪਦੇ ਜਪਦੇ ਜਦੋਂ ਅਕਾਲ ਪੁਰਖ ਦੀ ਕਿਰਪਾ ਹੋ ਜੇ, ਜੋ ਗੁਰਮੁਖ ਸਾਨੂੰ ਗੁਰਬਾਣੀ ਦੁਆਰਾ ਤਰੀਕਾ ਸਮਝਾਉਂਦੇ ਆ ਵੀ ਕਿਵੇਂ ਅੰਤਰਗਤ ਆਪਣੀ ਸੁਰਤ ਨੂੰ ਲੈ ਕੇ ਜਾਣਾ, ਉਹ ਸਤਿਗੁਰਾਂ ਦੀ ਗੁਰਬਾਣੀ ਦੁਆਰਾ ਸਾਨੂੰ ਭੇਤ ਦਿੱਤਾ ਜਾਂਦਾ ਸਾਰਾ। ਤੇ ਕੀ ਕਰੋ? ਕਹਿੰਦੇ ਮਹਾਰਾਜ ਕਹਿੰਦੇ ਆ ਕਿ ਲਾਲਚ ਨੂੰ ਛੱਡ ਦਿਓ। ਬਹੁਤ ਤਰੀਕਿਆਂ ਦਾ ਲਾਲਚ ਆ, ਕੱਲਾ ਪੈਸੇ ਕਮਾਉਣ ਦਾ ਲਾਲਚ ਨਹੀਂ, ਹੋਰ ਅਨੇਕਾਂ ਤਰੀਕਿਆਂ ਦਾ ਲਾਲਚ ਆ। ਸਰੀਰ ਨੂੰ ਸੁੰਦਰ ਬਣਾ ਲਈਏ, ਲਾਲਚ। ਕਈ ਕੁਛ ਦੁਨੀਆ ਤੇ ਇਕੱਠਾ ਕਰ ਲਈਏ, ਲਾਲਚ। ਮਹਾਰਾਜ ਕਹਿੰਦੇ ਛੱਡ ਦਿਓ। ਤੇ ਕੀ ਕਰੋ? ਕਹਿੰਦੇ ਉਸ ਅਕਾਲ ਪੁਰਖ ਨਾਲ ਜਦੋਂ ਸੁਰਤ ਜੋੜੋਗੇ ਨਾ, ਤੇ ਫਿਰ ਤੁਹਾਨੂੰ ਉਹ ਦਰਵਾਜ਼ਾ ਮੁਕਤੀ ਦਾ ਮਾਰਗ ਲੱਭ ਜਾਊਗਾ। ਮਹਾਰਾਜ ਕਹਿੰਦੇ ਲਾਲਚ ਛੋੜ ਰਚੋ ਅਪਰੰਪਰ, ਇਉਂ ਪਾਵੋ ਮੁਕਤ ਦੁਆਰਾ ਹੈ। ਕਹਿੰਦੇ ਮੁਕਤ ਦੁਆਰਾ, ਦੁਆਰ, ਉਹ ਮਾਰਗ, ਉਹ ਦਰਵਾਜ਼ਾ, ਉਹ ਰਸਤਾ ਤੁਹਾਨੂੰ ਮਿਲ ਜਾਏਗਾ, ਜਿੱਥੇ ਜਾ ਕੇ ਮਨ ਨੇ ਮੁਕਤ ਹੀ ਹੋ ਜਾਣਾ। ਨਾ ਤੇ ਦੁਬਾਰਾ ਇਹਨੇ ਜਨਮ ਲੈਣਾ, ਨਾ ਜੰਮਣ ਮਰਨ ਦੇ ਗੇੜ ਵਿੱਚ ਆਉਣਾ। ਹੁਣ ਸਤਿਗੁਰੂ ਤਾਂ ਹੀ ਸਮਝਾਉਂਦੇ, ਮਹਾਰਾਜ ਕਹਿੰਦੇ ਜਿਹਨੂੰ ਭੁਲਾਉਣ ਦੇ ਨਾਲ ਸਾਨੂੰ ਜੰਮ ਫੜ ਕੇ ਲੈ ਜਾਂਦੇ ਆ। ਕਿਹਨੂੰ ਭੁਲਾਉਣ ਨਾਲ? ਹੁਣ ਭੁੱਲਦੇ ਆਪਾਂ ਕੀ ਆ? ਮਹਾਰਾਜ ਕਹਿੰਦੇ ਆਪਾਂ ਉਸ ਅਕਾਲ ਪੁਰਖ ਦਾ ਨਾਮ ਭੁੱਲਦੇ ਆ। ਤੇ ਜੇ ਅੰਦਰ ਅਸੀਂ ਨਾਮ ਨੂੰ ਸੁਣਿਆ ਹੀ ਨਹੀਂ, ਮਨ ਨੂੰ ਨਾਮ ਤੱਕ ਪਹੁੰਚਾਇਆ ਨਹੀਂ, ਲੈ ਕੇ ਨਹੀਂ ਗਏ, ਤੇ ਮਹਾਰਾਜ ਕਹਿੰਦੇ ਜਿਸ ਬਿਸਰੀ ਹੈ ਜਮ ਜੋਹਣ ਲੱਗੈ। ਕਹਿੰਦੇ ਜਿਹਦੇ ਬਿਸਰਨ ਦੇ ਨਾਲ, ਜਿਹਦੇ ਤੋਂ ਸਾਡਾ ਵਿਛੋੜਾ ਪਿਆ, ਜਿਹਨੂੰ ਅਸੀਂ ਭੁਲਾ ਦਿੱਤਾ, ਮਹਾਰਾਜ ਕਹਿੰਦੇ ਵੀ ਜਿੱਥੇ ਜਮ ਸਾਨੂੰ ਫੜ ਕੇ ਲੈ ਕੇ ਜਾਣਗੇ, ਜਿਸ ਬਿਸਰੀ ਹੈ ਜਮ ਜੋਹਣ ਲੱਗੈ, ਸਭ ਸੁਖ ਜਾਹੇ ਦੁੱਖਾਂ ਫੁਨ ਆਗੈ। ਮਹਾਰਾਜ ਕਹਿੰਦੇ ਜਿੱਥੇ ਜਾ ਕੇ ਸਾਰੇ ਸੁੱਖ ਖਤਮ ਹੋ ਗਏ ਤੇ ਦੁੱਖ ਹੀ ਦੁੱਖ ਸਾਨੂੰ ਮਿਲਦੇ ਆ, ਤੇ ਕੀ ਕਰੋ? ਮਹਾਰਾਜ ਕਹਿੰਦੇ ਫਿਰ ਜਿਹੜੇ ਦੁੱਖ ਦੂਰ ਕਰਨ ਵਾਲਾ ਸੁਖ ਆ, ਨਾਮ ਆ, ਕੀ ਕਰੋ? ਕਹਿੰਦੇ ਰਾਮ ਨਾਮ ਜਪ ਗੁਰਮੁਖ ਜੀਅੜੇ, ਇਹੋ ਪਰਮ ਤਤ ਵਿਚਾਰਾ ਹੈ। ਕਹਿੰਦੇ ਉਸ ਮਾਲਕ ਦਾ, ਅਕਾਲ ਪੁਰਖ ਦਾ ਨਾਮ ਜਪੋ ਐ ਗੁਰਮੁਖ ਜਨੋ, ਐ ਜੀਅੜੇ। ਜੀਅੜੇ ਕਹਿੰਦੇ ਮਨ, ਸੁਰਤ, ਬੁੱਧ, ਮਤ ਨੂੰ, ਮਨ ਨੂੰ ਜੀਅੜੇ ਕਹਿ ਦਿੱਤਾ।
ਇਹੋ ਪਰਮ ਤੱਤ ਵਿਚਾਰਾ ਹੈ। ਕਹਿੰਦੇ ਸਭ ਤੋਂ ਉੱਪਰਲਾ ਤੱਤ, ਮੇਨ ਗੱਲ ਜਿਹਨੂੰ ਆਪਾਂ ਕਹਿੰਦੇ ਖਾਸ ਗੱਲ, ਜਿਹਨੂੰ ਕਹਿੰਦੇ ਮੁੱਕ ਦੀ ਗੱਲ, ਤੱਤ ਕਹਿ ਦਿੱਤਾ ਗੁਰਬਾਣੀ ਵਿੱਚ। ਕਿਉਂਕਿ ਆਪਾਂ ਪੜ੍ਹਦੇ ਹਾਂ, ਸਤਿਗੁਰ ਕਹਿੰਦੇ ਆ ਨਾ, ਕਹੋ ਨਾਨਕ ਇਹ ਤੱਤ ਵਿਚਾਰਾ। ਸਤਿਗੁਰ ਕਹਿੰਦੇ ਵੀ ਸਾਰਾ ਵਿਚਾਰ, ਨਿਚੋੜ, ਤੱਤ, ਅਖੀਰਲੀ ਗੱਲ ਇੱਕੋ ਹੀ ਜੇ। ਕਿਹੜੀ? ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਮਾਲਕ ਦੇ ਨਾਮ ਤੋਂ ਬਗੈਰ, ਮਾਲਕ ਦੇ ਭਜਨ ਸਿਮਰਨ ਤੋਂ ਬਗੈਰ ਮਾਰੇ ਕਹਿੰਦੇ ਛੁਟਕਾਰਾ ਨਹੀਂ। ਜੋ ਮਰਜ਼ੀ ਕਰ ਲਓ ਦੁਨੀਆ ਦੇ ਵਿੱਚ, ਜਿੰਨਾ ਚਿਰ ਤੁਸੀਂ ਆਪਣੀ ਮੱਤ, ਆਪਣੀ ਸੁਰਤ, ਬੁੱਧ ਨਾਮ ਤੱਕ ਲੈ ਕੇ ਨਹੀਂ ਜਾਂਦੇ। ਸਤਿਗੁਰ ਤਾਈਓ ਕਹਿੰਦੇ ਗੁਰਬਾਣੀ ਵਿੱਚ, ਰਾਮ ਨਾਮ ਜਪ ਗੁਰਮੁਖ ਜੀਅੜੇ, ਇਹੋ ਪਰਮ ਤੱਤ ਵਿਚਾਰਾ ਹੈ। ਹੁਣ ਮਾਰੇ ਕਹਿੰਦੇ ਜਦੋਂ ਅਸੀਂ ਨਾਮ ਜਪਾਂਗੇ ਤੇ ਉਹ ਨਾਮ ਦਾ ਰਸ ਜਿਹੜਾ ਮਿੱਠਾ ਆ ਉਹ ਸਾਨੂੰ ਆਏਗਾ। ਹੁਣ ਜਿਹੜੇ ਗੁਰਮੁਖ ਜਪਦੇ ਨਹੀਂ ਉਹਨਾਂ ਨੂੰ ਕਿਵੇਂ ਆ ਸਕਦਾ? ਮਾਰੇ ਕਹਿੰਦੇ ਹਰ ਹਰ ਨਾਮ ਜਪੋ ਰਸ ਮਿੱਠਾ। ਹੁਣ ਜਦੋਂ ਜਿਹੜੇ ਗੁਰਮੁਖ ਜਪਣਾ ਸ਼ੁਰੂ ਕਰ ਦਿੰਦੇ, ਮਿਹਨਤ ਕਰਦੇ, ਕਿਉਂਕਿ ਇਹ ਵੀ ਮਿਹਨਤ ਆ ਨਾ, ਮੁਸ਼ੱਕਤ ਆ। ਜਿੰਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਮੁਸ਼ੱਕਤ ਮਿਹਨਤ ਕਰਨੀ ਪੈਂਦੀ ਨਾਮ ਜਪਣ ਦੀ ਵੀ, ਇਦਾਂ ਨਹੀਂ। ਹੁਣ ਜਿਹੜੇ ਗੁਰਮੁਖ ਨੇ ਮਾਰੇ ਕਹਿੰਦੇ ਵੀ ਇਹ ਮਿਹਨਤ ਕੀਤੀ, ਇਹ ਮੁਸ਼ੱਕਤ ਕੀਤੀ ਆ, ਤੇ ਉਹਨੇ ਕੀ ਕੀਤਾ? ਮਾਰੇ ਕਹਿੰਦੇ ਉਹਨੇ ਫਿਰ ਅੰਦਰ ਹੀ ਦੇਖਿਆ ਕਿ ਇਹ ਹਰੀ ਦਾ ਰਸ ਜਿਹੜਾ ਮੇਰੇ ਅੰਦਰੋਂ ਆ ਰਿਹਾ, ਖੂਹ ਤਾਂ ਮੇਰੇ ਅੰਦਰ ਲੱਗਾ ਇਸ ਰਸ ਦਾ। ਤਾਂ ਹੀ ਮਾਰੇ ਕਹਿੰਦੇ ਹਰ ਹਰ ਨਾਮ ਜਪੋ ਰਸ ਮੀਠਾ, ਗੁਰਮੁਖ ਹਰ ਰਸ ਅੰਤਰ ਡੀਠਾ। ਕਿਉਂਕਿ ਗੁਰਮੁਖ ਨੂੰ ਪਤਾ ਲੱਗ ਗਿਆ ਕਿ ਅੰਤਰ ਖੁੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਹਾਰ। ਹੁਣ ਅੰਦਰ ਖੂਹ ਭਰਿਆ ਪਿਆ, ਮਾਰੇ ਕਹਿੰਦੇ ਉਹ ਨਾਮ ਦੇ ਰਸ ਦਾ, ਪਰ ਪਨਿਹਾਰੀ ਬਣਾਵਾਂਗੇ ਤੇ ਆਪਾਂ ਪੀਵਾਂਗੇ ਨਾ ਸ਼ਬਦ ਦੀ ਪਨਿਹਾਰੀ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਸ਼ਬਦ ਦੀ ਪਨਿਹਾਰੀ ਬਣੂਗੀ ਤੇ ਰਸ ਅੰਦਰੋਂ ਆਊ। ਤਾਂ ਹੀ ਮਾਰੇ ਸਮਝਾਉਂਦੇ, ਮਾਰੇ ਕਹਿੰਦੇ ਆ, ਅਹਨਸ ਰਾਮ ਰਹੋ ਰੰਗ ਰਾਤੇ, ਇਹੋ ਜਪ ਤਪ ਸੰਜਮ ਸਾਰਾ ਹੈ। ਸਾਰ ਕਿੰਨੇ ਲੈਣੀ ਆ? ਮਾਰੇ ਕਹਿੰਦੇ ਇਸ ਨਾਮ ਨੇ ਜਦੋਂ ਤੁਸੀਂ ਜਪ ਤਪ ਕਰੋਗੇ, ਜਪੋਗੇ, ਤਪ ਦਾ ਮਤਲਬ ਬੈਠ ਕੇ ਇਕਾਗਰ ਸ਼ਾਂਤੀ ਵਿੱਚ ਆਪਾਂ ਉਸ ਅਕਾਲ ਪੁਰਖ ਦਾ ਜਦੋਂ ਨਾਮ ਜਪਦੇ ਹਾਂ। ਇਸ ਕਰਕੇ ਮਾਰੇ ਗੁਰਬਾਣੀ 'ਚ ਆਪਾਂ ਨੂੰ ਬਾਰ-ਬਾਰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ, ਸ਼ਬਦ ਦਾ ਭੇਤ ਦਿੰਦੇ ਆ। ਤੇ ਜੇ ਆਪਾਂ ਨੂੰ ਫਿਰ ਵੀ ਭੇਤ ਨਹੀਂ ਆਉਂਦਾ ਤੇ ਮਾਰੇ ਕਹਿੰਦੇ ਸੰਗਤ ਵਿੱਚ ਆ ਜਾਓ। ਜੇ ਬਾਣੀ ਪੜ੍ਹ ਕੇ ਸਮਝ ਨਹੀਂ ਲੱਗਦੀ ਨਾ, ਆਪਾਂ ਨੂੰ ਗਿਆਨ ਨਹੀਂ ਆ ਰਿਹਾ, ਤੇ ਫਿਰ ਸੰਗਤ ਵਿੱਚ ਆ ਜਾਓ। ਸੰਗਤ ਵਿੱਚ ਆ ਕੇ ਸਾਨੂੰ ਗੁਰਬਾਣੀ ਦਾ ਗਿਆਨ ਸਮਝ ਲੱਗ ਜਾਵੇਗੀ ਕਿ ਸਤਿਗੁਰ ਸਾਨੂੰ ਗੁਰਬਾਣੀ ਦੁਆਰਾ ਸਮਝਾ ਕੀ ਰਹੇ। ਜਦੋਂ ਭੇਤ ਆ ਗਿਆ ਤੇ ਮਾਰੇ ਕੀ ਕਹਿੰਦੇ ਫਿਰ ਗੁਰਬਾਣੀ ਵਿੱਚ? ਕਹਿੰਦੇ ਸੱਚੀ ਸੰਗਤ ਵਿੱਚ ਜਾ ਕੇ ਜਦੋਂ ਤੁਸੀਂ ਸਿਮਰਨ ਕਰੋਗੇ, ਉਸ ਸਿਮਰਨ ਨੇ ਜਿਹੜੇ ਅੱਜ ਦੇ ਪਾਵਨ ਬਚਨ ਪੜ੍ਹੇ ਆ ਨਾ, ਕਿ ਸਰੀਰ ਦੇ ਅੰਦਰ ਦੁਬਦਾ ਉਹ ਮਾਇਆ ਜਿਹੜੀ ਆ ਨਾ, ਉਹ ਘਰਾਂ ਦੇ ਘਰ, ਸਰੀਰਾਂ ਦੇ ਸਰੀਰ ਗਾਲੀ ਜਾਂਦੀ ਆ। ਮਹਾਰਾਜ ਕਹਿੰਦੇ ਆ ਫਿਰ ਉਹ ਸੁੱਖ ਤੇ ਸ਼ਾਂਤੀ ਉਹਨਾਂ ਘਰਾਂ ਵਿੱਚ ਆ ਜੂਗੀ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਸਰੀਰ, ਤਨ ਮਾਹੇ ਮਿਟਾਵੋ। ਕਹਿੰਦੇ ਜਿਹੜੀ ਮਾਇਆ ਤੁਹਾਡੇ ਅੰਦਰ ਵਿਚਾਰਾਂ ਦੀ, ਇੱਕ ਕ੍ਰੋਧ ਨੇ ਅਗਨ ਬਾਲਤੀ, ਉਹ ਘਰ ਦੇ ਵਿੱਚ ਮਾਤਾ ਪਿਤਾ ਜਾਂ ਧੀ ਪੁੱਤ ਨਾਲ ਲੜਦਾ ਹੋਇਆ ਬੰਦਾ ਛੇਤੀ ਸ਼ਾਂਤ ਨਹੀਂ ਹੁੰਦਾ, ਕਿਉਂਕਿ ਉਹਦੀ ਅਗਨ ਗਰਮੈਸ਼ ਇੰਨੀ ਸਰੀਰ ਦੇ ਅੰਦਰ ਵੱਧ ਜਾਂਦੀ ਕ੍ਰੋਧ ਦੀ। ਬੜਾ ਮਹਾਬਲੀ ਆ ਕ੍ਰੋਧ। ਕਾਮ ਤੇ ਕ੍ਰੋਧ ਦੋਵੇਂ ਬਹੁਤ ਮਹਾਬਲੀ ਆ। ਇੱਕ ਵਾਰੀ ਅੰਦਰੋਂ ਫੁਰਨੇ ਰੂਪ ਦੇ ਵਿਚਾਰ ਵਿੱਚ ਜਿਹਨੂੰ ਫੜ ਲੈਣ ਉਹਨੂੰ ਛੇਤੀ ਛੱਡਦੇ ਨਹੀਂ। ਤੇ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਪਾਵਨ ਬਚਨ ਪੜ੍ਹੇ ਆ। ਹੁਣ ਅਸੀਂ ਪੜ੍ਹੀ ਜਾਂਦੇ, ਪੜ੍ਹਿਆਂ ਸਿਮਰਨ ਨਹੀਂ ਹੋ ਰਿਹਾ, ਪੜ੍ਹਿਆਂ ਤੇ ਗਿਆਨ ਲਿਆ ਜਾ ਰਿਹਾ। ਸਿਮਰਨ ਤਾਂ ਕਰਕੇ ਹੋਣਾ, ਜਿਵੇਂ ਆਪਾਂ ਹੁਣ ਕਰ ਰਹੇ ਸੀ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਜੇ ਤਨ ਦੇ ਅੰਦਰੋਂ ਮਾਇਆ ਦਾ, ਪਈਆਂ ਦਾ ਅਸੀਂ ਕਲੇਸ਼ ਮੁਕਾਉਣਾ ਚਾਹੁੰਦੇ ਹਾਂ, ਆਪਣੇ ਪਰਿਵਾਰ ਚੋਂ ਝਗੜਾ ਮੁਕਾਉਣਾ ਚਾਹੁੰਦੇ ਹਾਂ, ਤੇ ਮਾਰੇ ਕਹਿੰਦੇ ਫਿਰ ਸਿਮਰਨ ਕਰਨਾ ਪੈਣਾ। ਹੁਣ ਸਿਮਰਨ ਆਪਾਂ ਕਰਦੇ ਨਹੀਂ ਤੇ ਕਹਿੰਦੇ ਆ ਜੀ ਕਲੇਸ਼ ਖਤਮ ਹੋ ਜੇ, ਘਰਾਂ ਵਿੱਚ ਝਗੜਾ ਰਹਿੰਦਾ, ਬਾਬਿਆਂ ਕੋ ਤੁਰੇ ਜਾਂਦੇ ਆ, ਹੋਰ ਕਈ ਥਾਵਾਂ ਤੇ ਆਪਾਂ ਪੁੱਛਣਾ ਪਵਾਈ ਜਾਂਦੇ, ਕਿਸੇ ਕੋ ਪਾਣੀ ਹੈ ਜੀ ਜਲ ਕਰਾ ਕੇ ਲਿਆਂਦਾ, ਕਿਸੇ ਕੋ ਧਾਗਾ ਤਵੀਤ ਕਰਾ ਕੇ ਲੈ ਆਉਂਦੇ ਆ।
ਔਰ ਕੋਈ ਸਾਨੂੰ ਭਰਮ ਚ ਪਾਈ ਜਾਂਦਾ ਵੀ ਇੰਨੀ ਵਾਰੀ ਆਹ ਪਾਠ ਕਰਿਆ ਕਰੋ। ਮਹਾਰਾਜ ਕਹਿੰਦੇ ਬਾਣੀ ਇਦਾਂ ਪੜੋ ਜਿਵੇਂ ਤੁਸੀਂ ਸਤਿਗੁਰ ਦੇ ਨਾਲ ਗੱਲਾਂ ਕਰਦੇ ਹੋ, ਜਿਵੇਂ ਪਿਓ ਪੁੱਤ ਦੀ ਗੱਲ ਹੁੰਦੀ ਆ, ਜਿਵੇਂ ਧੀ ਪੁੱਤ ਦੀ ਗੱਲ ਹੁੰਦੀ ਆ। ਭੈਣਾਂ ਇਦਾਂ ਪੜਨ ਜਿਵੇਂ ਧੀ ਤੇ ਪਿਓ ਆਪਸ ਵਿੱਚ ਗੱਲਾਂ ਕਰ ਰਹੇ ਨੇ। ਗੁਰਮੁਖ ਏਦਾਂ ਪੜਨ ਕਿ ਜਿਵੇਂ ਪਿਓ ਪੁੱਤ ਆਪਸ ਵਿੱਚ ਗੱਲਾਂ ਕਰ ਰਹੇ ਨੇ। ਪੁੱਤ ਪੁੱਛ ਰਿਹਾ ਵਾ ਤੇ ਪਿਓ ਦੱਸ ਰਿਹਾ ਆ, ਧੀ ਪੁੱਛ ਰਹੀ ਆ ਤੇ ਪਿਓ ਦੱਸ ਰਿਹਾ ਵੀ ਐ ਪੁੱਤ ਮਨ ਪਰਦੇਸੀ ਵੇ ਪਿਆਰੇ, ਮੁੜ ਆਓ ਕਰੇ, ਵਾਪਸ ਆ ਜਾ। ਕਈ ਯੁੱਗ ਹੋ ਗਏ ਤੈਨੂੰ ਸੰਸਾਰ 'ਚ ਗਿਆ ਨੂੰ, ਕਈ ਵਾਰੀ ਤੂੰ ਮਨੁੱਖਾ ਜਨਮ ਮੇਰੇ ਕੋਲੋਂ ਤਰਲੇ ਮਾਰ ਮਾਰ ਕੇ ਲੈ ਲਿਆ, ਪਰ ਇਹ ਤੇਰੀ ਅਵਸਰ, ਇਹ ਤੇਰੀ ਵਾਰ, ਇਹ ਇੱਕ ਵਾਰੀ ਮਿਲੀ ਆ। ਹੁਣ ਵੀ ਤੇਰੇ ਕੋਲ ਮੌਕਾ ਹੈਗਾ। ਇਹ ਤੇਰੀ ਅਵਸਰ, ਇਹ ਤੇਰੀ ਵਾਰ। ਘੱਟ ਭੀਤਰ ਤੂੰ ਦੇਖ ਵਿਚਾਰ, ਆਪਣੇ ਅੰਦਰ ਝਾਤੀ ਮਾਰ। ਕਹੋ ਕਬੀਰ ਜੀਤ ਕੇ ਹਾਰ। ਅਜੇ ਵੀ ਅੰਦਰ ਝਾਤੀ ਮਾਰ ਕਿ ਇਹਨਾਂ ਪੰਜਾਂ ਕੋਲੋਂ ਰੋਜ਼ ਤੂੰ ਜਿੱਤਦਾ ਆ ਕਿ ਹਾਰਦਾ ਆ। ਤੇ ਜੇ ਹਾਰਦਾ ਆ ਤੇ ਫਿਰ ਕੀ ਕਰ, ਤੈਨੂੰ ਇੱਕ ਚੀਜ਼ ਚਾਹੀਦੀ ਆ। ਕਿਹੜੀ ਚੀਜ਼? ਘੋੜਾ। ਘੋੜੇ ਦੇ ਉੱਪਰ ਚੜ ਕੇ ਤੈਨੂੰ ਇਹਨਾਂ ਦੇ ਨਾਲ ਜੰਗ ਕਰਨਾ ਪਏਗਾ ਤੇ ਸੂਰਮਾ ਬਣਨਾ ਪਊ ਤੈਨੂੰ, ਕਿਉਂਕਿ ਇਹਨਾਂ ਰੋਜ਼ ਤੇਰੇ ਜਨਮ ਹਰਾਉਣਾ, ਰੋਜ਼ ਤੇਰੇ ਸਵਾਸ ਲੁੱਟਣੇ, ਤੈਨੂੰ ਚੇਤਾ ਨਹੀਂ ਆਉਣ ਦੇਣਾ ਨਿਰੰਕਾਰ ਦਾ, ਕਰਮ ਨਾਲ ਜੋੜ ਦੇਣਾ, ਰੋਜ਼ ਹਲਾਉਣ। ਮਹਾਰਾਜ ਕਹਿੰਦੇ ਕੀ ਕਰੇ? ਕਹਿੰਦੇ ਸੂਰਾ ਸੋਏ ਜੋ ਚੜ੍ਹੈ ਤਰੰਗ, ਸੂਰਾ ਸੋਈ ਜੋ ਕਰੇ ਨਿਤ ਜੰਗ। ਸੂਰਮਾ ਬਣ, ਹਾਰ ਨਾ ਮੰਨ। ਥੋੜਾ ਚਿਰ ਸਿਮਰਨ ਕਰਦਾ ਆ, ਮੇਰੇ ਫੁਰਨੇ ਨਹੀਂ ਟਿਕਦੇ, ਹਾਰ ਨਾ ਮੰਨ, ਸੂਰਮਾ ਬਣ, ਯੁੱਧ ਕਰ। ਇੱਕ ਦਿਨ ਐਸਾ ਆਊਗਾ, ਅਕਾਲ ਪੁਰਖ ਨੇ ਆਪ ਤੇਰੀ ਪਿੱਠ ਤੇ ਥਾਪਣਾ ਦੇ ਕੇ, ਸਤਿਗੁਰ ਨੇ, ਗੁਰੂ ਨੇ ਕਿਰਪਾ ਕਰਨੀ ਆ, ਤੈਨੂੰ ਇਹਨਾਂ ਪੰਜਾਂ ਕੋਲੋਂ ਇੱਕ ਦਿਨ ਜਿਤਾ ਦੇਣਾ। ਪਰ ਜੇ ਥੋੜੀ ਜਿਹੀ ਜੰਗ ਕਰਕੇ ਤੂੰ ਹੱਥ ਖੜੇ ਕਰਕੇ ਭੱਜ ਤੁਰਿਆ ਵੀ ਨਹੀਂ ਪਈ, ਇਹ ਤੋਂ ਵੱਧ ਮੈਂ ਜੰਗ ਨਹੀਂ ਕਰ ਸਕਦਾ, ਮੇਰੇ ਤੇ ਫੁਰਨੇ ਨਹੀਂ ਰੁਕਦੇ, ਸਾਡੇ ਘਰ ਤੇ ਕਲੇਸ਼ ਨਹੀਂ ਹਟਦਾ, ਸਾਡੇ ਘਰ ਵਿੱਚ ਤੇ ਧਨ ਦੌਲਤ ਹੀ ਨਹੀਂ ਆਉਂਦਾ, ਸਿਮਰਨ ਦਾ ਫਾਇਦਾ ਕੀ, ਮੇਰੀ ਤੇ ਜੇ ਕੋਈ ਅਵਸਥਾ ਨਹੀਂ ਬਣੀ। ਇਸ ਕਰਕੇ ਆਪਾਂ ਸਿਮਰਨ ਤੋਂ ਪਿੱਛੇ ਹਟ ਜਾਂਦੇ ਆ, ਨਾਮ ਤੋਂ ਪਿੱਛੇ ਹਟ ਜਾਂਦੇ ਆ। ਤੇ ਮਾਲਕ ਦਾ ਤੇ ਕੁਝ ਜਾਣਾ ਹੀ ਨਹੀਂ, ਅਕਾਲ ਪੁਰਖ ਦਾ ਕੁਝ ਜਾਂਦਾ, ਉਹਦਾ ਕੁਝ ਨਹੀਂ ਜਾਣਾ। ਸਾਡਾ ਕੀਮਤੀ ਸਰੀਰ, ਮਨੁੱਖਾ ਜਨਮ ਇੱਕ ਵਾਰ ਹੱਥੋਂ ਚਲ ਗਿਆ ਤੇ ਖੇਲ ਖਤਮ। ਘਾਟਾ ਕਿਹਨੂੰ ਪੈਣਾ? ਸਾਨੂੰ ਪੈਣਾ। ਅਕਾਲ ਪੁਰਖ ਨੂੰ ਕੋਈ ਘਾਟਾ ਨਹੀਂ। ਉਹਨੇ ਤਾਂ ਅਗਿਣਤ ਆਪਣੀਆਂ ਜੋ ਵੀ ਰਚਨਾ ਰਚੀ ਆ, ਅਨੇਕਾਂ ਸਰੀਰ ਬਣਾਏ ਨੇ ਸੰਸਾਰ ਵਿੱਚ, ਜੂਨਾਂ ਬਣਾਈਆਂ ਨੇ। ਉਹ ਤਾਂ ਇੱਕ ਮੌਕਾ ਦਿੰਦਾ ਹੈ ਸਾਨੂੰ। 184 ਜੂਨ ਸਬਾਈ, ਮਾਨਸ ਕੋ ਮਨੁੱਖ ਨੂੰ ਪ੍ਰਭ ਦੀ ਵਡਿਆਈ। ਤੇ ਸਮਝਾਇਆ, ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਂਦਾ। ਕਹਿੰਦੇ 84 ਲੱਖ ਜੂਨ ਦੀ ਪੌੜੀ ਚੜ੍ਹਦੇ ਚੜ੍ਹਦੇ ਮਨੁੱਖਾ ਜਨਮ ਆਖਰੀ ਪੌੜਾ ਆ। ਜੇ ਤੇ ਉੱਪਰੋਂ ਪੈਰ ਰੱਖ ਕੇ ਕੋਠੇ ਤੇ ਚੜ੍ਹਨਾ ਆ ਗਿਆ ਠੀਕ ਹੈ, ਜੇ ਪੈਰ ਤਿਲਕ ਗਿਆ ਤੇ ਫਿਰ ਦੁਬਾਰਾ ਤੈਨੂੰ ਚੜ੍ਹਨਾ ਪਊਗਾ। ਮਹਾਰਾਜ ਸਮਝਾਉਂਦੇ 184 ਜੂਨ ਸਬਾਈ, ਮਾਨਸ ਕੋ ਪ੍ਰਭ ਦੀ ਪੜਿਆਈ। ਇਸ ਪੌੜੀ ਤੇ ਜੋ ਨਰ ਚੁੱਕੈ, ਜਿਹੜਾ ਡਿੱਗ ਪਿਆ, ਪੈਰ ਤਿਲ ਗਿਆ, ਸੋ ਆਏ ਜਾਏ ਦੁੱਖ ਪਾਏਂਦਾ। ਦੁੱਖ ਕਿਹੜੇ? 84 ਲੱਖ ਜੂਨ ਦਾ ਦੁੱਖ, ਵੰਨ ਸਵੰਨੇ ਸਰੀਰ ਭੋਗਣ ਦਾ ਦੁੱਖ। ਤੇ ਹੁਣ ਆਪਾਂ ਦੇਖਣਾ ਕਿ ਅਸੀਂ ਦੁੱਖ ਭੋਗਣਾ ਚਾਹੁੰਦੇ ਹਾਂ ਕਿ ਜਾਂ ਅਸੀਂ ਸੁੱਖ ਲੈਣਾ ਚਾਹੁੰਦੇ ਹਾਂ ਸਦਾ ਵਾਸਤੇ। ਇੱਥੇ ਵੀ ਸਾਡਾ ਮਨ ਸੁਖੀ ਵਸੇ, ਘਾਟਾ ਪੈ ਜਾਵੇ, ਕੁਛ ਨਾ ਮਿਲੇ, ਜਿੰਨੀ ਕੁ ਕਿਰਤ ਸਤਿਗੁਰ ਦੇਈ ਜਾਵੇ ਉਹਨੇ 'ਚ ਖੁਸ਼ ਰਹੀਏ। ਤੇ ਮਹਾਰਾਜ ਕਹਿੰਦੇ ਉਹ ਫਿਰ ਮਨ ਤੇਰੇ ਨੂੰ ਐਸੀ ਅਵਸਥਾ ਬਣਾਉਣੀ ਪੈਣੀ, ਜਪ ਜਪ ਕੇ, ਗੁਰਮੁਖਾਂ ਤੋਂ ਗਿਆਨ ਲੈ ਕੇ, ਗੁਰਮੁਖਾਂ ਦੀ ਸੰਗਤ ਕਰਕੇ। ਸੋ ਆਓ, ਸਤਿਗੁਰ ਨੇ ਕਿਰਪਾ ਕੀਤੀ ਜੋ ਸਾਡੇ ਸਾਰਿਆਂ ਦੇ ਉੱਪਰ, ਆਓ ਆਪਾਂ ਵੀ ਫਿਰ ਆਪਣੀ ਰਸਨਾ ਨਾਲ ਉਹ ਕੰਮ ਕਰੀਏ ਜਿਸ ਕੰਮ ਵਾਸਤੇ ਸਾਡਾ ਸਤਿਗੁਰੂ, ਗੁਰੂ ਸਾਨੂੰ ਹੱਲਾਸ਼ੇਰੀ ਦਿੰਦਾ ਆ। ਤੇ ਸਾਡਾ ਸਤਿਗੁਰ ਸਮਝਾਉਂਦਾ ਆ ਕਿ ਤੁਸੀਂ ਵੀ ਸ਼ਬਦ ਰੂਪੀ ਘੋੜੇ ਤੇ ਚੜ੍ਹ ਕੇ ਤੁਹਾਨੂੰ ਜਨਮ ਹਰਾਉਣ ਵਾਲਿਆਂ ਨੂੰ ਤੁਸੀਂ ਹਰਾਉਣਾ ਆ, ਤੇ ਦੇਖਣਾ ਤੁਸੀਂ ਜਿੱਤਦੇ ਹੋ ਕਿ ਹਾਰਦੇ ਹੋ। ਤਾਈਓ ਮਾਰੇ ਕਹਿੰਦੇ ਦੁਨੀਆ ਵਿੱਚ ਤੁਸੀਂ ਕੀ ਕਰਦੇ ਹੋ? ਮੈਂ ਫਲਾਣੇ ਨੂੰ ਕੁੱਟ ਆਇਆ, ਮੈਂ ਤੇ ਸੂਰਮਾ ਆ, ਮੈਂ ਤਿੰਨਾਂ ਚੌਂ ਜਾਣਿਆਂ ਤੇ ਭਾਰੀ, ਮੈਂ ਉਹਨੂੰ ਵੀ ਕੁੱਟਿਆ। ਮਾਰੇ ਕਹਿੰਦੇ ਕਦੇ ਆਪਣੇ ਆਪ ਨੂੰ ਕੁੱਟਿਆ ਹੀ? ਕੁੱਟਣਾ ਹੀ। ਤੇ ਕੀ ਕਰ? ਕੂਟਣ ਸੋਏ ਜੋ ਮਨ ਕੋ ਕੂਟੈ, ਮਨ ਕੋ ਕੂਟੈ ਜਮ ਤੇ ਛੁਟੈ, ਕੁੱਟ ਕੁੱਟ ਮਨ ਕਸਵੱਟੀ ਲਾਏ। ਪਹਿਲੋਂ ਕੁੱਟ ਤੇ ਫਿਰ ਦੇਖੇ ਟਿਕਦਾ ਕਿ ਨਹੀਂ ਟਿਕਦਾ, ਕਸਵੱਟੀ ਤੇ ਲਾ। ਆਪਾਂ ਬੱਚੇ ਨੂੰ ਪਿਆਰ ਨਾਲ ਕਹਿੰਦੇ ਆ, ਮੰਨਦਾ ਕਿ ਨਹੀਂ ਮੰਨਦਾ? ਨਹੀਂ ਮੰਨਿਆ। ਫਿਰ ਝਿੜਕ ਮਾਰ ਕੇ ਦੇਖਦੇ ਆ, ਮੰਨਿਆ ਕਿ ਨਹੀਂ ਮੰਨਿਆ? ਕਸਵੱਟੀ ਤੇ ਲਾ ਕੇ ਦੇਖਦੇ, ਨਹੀਂ ਮੰਨਿਆ। ਫਿਰ ਇੱਕ ਦੋ ਥੱਪੜ ਮਾਰਦੇ ਆ ਵੀ ਹੁਣ ਮੰਨਿਆ ਕਿ ਨਹੀਂ ਮੰਨਿਆ।
ਇਸ ਕਰਕੇ ਮਹਾਰਾਜ ਕਹਿੰਦੇ ਸ਼ਬਦ ਦੁਆਰਾ ਕੁੱਟੋ ਇਹਨੂੰ। ਤੇ ਫਿਰ ਕਸਵੱਟੀ ਤੇ ਲਾ ਕੇ ਦੇਖੋ ਹੁਣ ਟਿਕਦਾ ਕਿ ਨਹੀਂ, ਕਿ ਅਜੇ ਵੀ ਭੱਜਦਾ। ਸੋ ਆਓ ਆਪਾਂ ਸਾਰੇ ਗੁਰਮੁਖ ਆਪਾਂ ਵੀ ਆਪਣੇ ਮਨ ਨੂੰ ਉਸ ਅਵਸਥਾ 'ਚ ਲੈ ਕੇ ਜਾਈਏ ਤੇ ਫਿਰ ਕਸਵੱਟੀ ਤੇ ਲਾ ਕੇ ਵੇਖੀਏ। ਸੋ ਆਓ ਸਾਰੇ ਗੁਰਮੁਖ ਕਰੋ ਜੀ ਕਿਰਪਾ। ਵਾਹਿਗੁਰੂ 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 ਵਾਹਿਗੁਰੂ